ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਵਿੱਤਰ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਦੁਨੀਆ ਦਾ ਸ਼ਾਇਦ ਹੀ ਐਸਾ ਕੋਈ ਧਰਮ ਹੋਵੇ ਜਿਸ ਨੂੰ ਆਪਣੇ ਜਨਮ ਦਿਨ ਦਾ ਪਤਾ ਹੋਵੇ, ਪਰ ਖਾਲਸੇ ਦਾ ਪ੍ਰਗਟ ਹੋਣਾ 13 ਅਪ੍ਰੈਲ 1699 ਦੀ ਵਿਸਾਖੀ ਨਿਯਤ ਹੈ। ਪ੍ਰਿੰਸੀਪਲ ਸਤਵੀਰ ਸਿੰਘ ਜੀ ਦੇ ਕਥਨ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ 4 ਉਦਾਸੀਆਂ ਵਿਸਾਖੀ ਵਾਲੇ ਦਿਨ ਤੋਂ ਹੀ ਸ਼ੁਰੂ ਕੀਤੀਆਂ ਸਨ। ਗੋਇੰਦਵਾਲ ਸਾਹਿਬ ਦੀ ਬੌਲੀ ਦਾ ਕੜ ਵੀ ਵਿਸਾਖੀ ਵਾਲੇ ਦਿਨ ਹੀ ਟੁੱਟਾ ਸੀ। ਗੁਰੂ ਅਮਰਦਾਸ ਸਾਹਿਬ ਜੀ ਨੇ ਬੌਲੀ ਵਿੱਚ ਸਭ ਨੂੰ ਇਸ਼ਨਾਨ ਕਰਾ ਕੇ ਸੁੱਚ ਭਿੱਟ ਜਾਤ ਪਾਤ ਦਾ ਵਹਿਮ ਦੂਰ ਕਰ ਦਿੱਤਾ ਸੀ। ਵਿਸਾਖੀ ਵਾਲੇ ਦਿਨ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਸੀ, ਬਾਬਾ ਜੀ ਬਕਾਲੇ ਪ੍ਰਗਟ ਹੋਣਗੇ, ਤੇ 8ਵੇਂ ਗੁਰੂ ਜੀ ਵੀ ਵਿਸਾਖੀ ਵਾਲੇ ਦਿਨ ਹੀ ਗੁਰਪੁਰੀ ਵਿੱਚ ਗਏ ਸਨ। 1721 ਈਸਵੀ ਦੀ ਵਿਸਾਖੀ ਉੱਤੇ ਤਤ ਖਾਲਸੇ ਤੇ ਬਦਈ ਖਾਲਸੇ ਵਿਚਕਾਰ ਚੱਲ ਰਹੇ ਭਰਾ ਮਾਰੂ ਜੰਗ ਨੂੰ ਖਤਮ ਕਰਨ ਲਈ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਸੁਝਾਅ ਉੱਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਦੀ ਹਰ ਕੀ ਪੌੜੀ ਵਾਲੀ ਥਾਂ ਤੇ 2 ਪਰਚੀਆਂ ਸੁੱਟੀਆਂ ਗਈਆਂ। ਤਤ ਖਾਲਸੇ ਦੀ ਪਰਚੀ ਉੱਪਰ, ਜਿਸ ਤੇ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਹੋਇਆ ਸੀ, ਤਰਕੇ ਉੱਪਰ ਆ ਗਈ। ਇਸੇ ਤਰ੍ਹਾਂ ਪਹਿਲਾਂ ਹੋ ਚੁੱਕੇ ਫੈਸਲੇ ਅਨੁਸਾਰ ਵਾਹਿਗੁਰੂ ਜੀ ਕੀ ਫਤਿਹ ਦੀ ਜਿੱਤ ਦਾ ਐਲਾਨ ਹੋਣ ਤੇ ਪੰਥ ਵਿਚਲੀ ਇੱਕ ਭਿਆਨਕ ਫੁੱਟ ਵਿਸਾਖੀ ਵਾਲੇ ਦਿਨ ਹੀ ਖਤਮ ਹੋਈ ਸੀ। ਜਦੋਂ ਦਸ਼ਮੇਸ਼ ਜੀ ਦੇ ਸੇਵਕ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਖਾਂ ਨੂੰ ਜਿੱਤ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਤੇ ਸਰਹੰਦ ਪਰ ਕਬਜ਼ਾ ਕੀਤਾ, ਉਸ ਵਕਤ ਕਈ ਸੈਯਦ ਤੇ ਪਠਾਨ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਪੰਜਾਬ ਵਿੱਚ ਸਿੱਖ ਰਾਜ ਦੀ ਨੀਂਹ ਰੱਖੀ, ਮੁਗਲਾਂ ਦੀਆਂ ਨਵਾਬੀਆਂ ਤੇ ਜਗੀਰਦਾਰਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਗੁਰੂ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਸਿੱਖ ਜਥੇਬੰਦੀ ਕਾਇਮ ਕੀਤੀ। ਖਾਲਸੇ ਦੀ ਸਥਾਪਨਾ ਦਾ ਸਿੱਖਾਂ ਦੀਆਂ ਭਾਵਨਾਵਾਂ ਤੇ ਵਿਚਾਰਾਂ ਉੱਤੇ ਡੂੰਘਾ ਅਸਰ ਪਿਆ। 10ਵੇਂ ਗੁਰੂ ਜੀ ਦਾ ਉਪਦੇਸ਼ ਹੈ, ਅੰਮ੍ਰਿਤਧਾਰੀ ਸਿੱਖ ਇੱਕ ਅਕਾਲ ਪੁਰਖ ਤੋਂ ਸਿਵਾਏ ਕਿਸੇ ਹੋਰ ਤੇ ਵਿਸ਼ਵਾਸ ਨਾ ਰੱਖੇ। ਊਚ ਨੀਚ ਜਾਤ ਪਾਤ ਸਭ ਨੂੰ ਇੱਕੋ ਹੀ ਦ੍ਰਿਸ਼ਟੀ ਨਾਲ ਵੇਖੇ। ਖਾਲਸੇ ਦੀ ਸਾਜਨਾ ਨਾਲ ਸਿੱਖਾਂ ਦੇ ਆਚਰਣ ਵਿੱਚ ਭਾਰੀ ਤਬਦੀਲੀ ਆਈ। ਉਹ ਲੋਕ ਜਿਹੜੇ ਉੱਚੀਆਂ ਜਾਤੀਆਂ ਦੇ ਗੁਲਾਮ ਬਣ ਕੇ ਰਹਿ ਰਹੇ ਸੀ, ਗੁਰੂ ਗੋਬਿੰਦ ਸਿੰਘ ਜੀ ਦੀ ਇਨਕਲਾਬੀ ਅਗਵਾਈ ਹੇਠਾਂ ਉਹ ਸੂਰਵੀਰ ਯੋਧੇ ਬਣ ਗਏ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ ਨਾ ਰਿਹਾ। ਉਹ ਆਪਣੇ ਗੁਰੂ ਦੇ ਹੁਕਮ ਉੱਤੇ ਮੌਤ ਨਾਲ ਗਲਵੱਕੜੀ ਪਾਉਣ ਨੂੰ ਤਿਆਰ ਰਹਿੰਦੇ। ਸਭ ਨਾਮਾਂ ਦੇ ਨਾਲ ਸਿੰਘ ਤੇ ਬੀਬੀਆਂ ਨੂੰ ਕੌਰ
ਗੁਰੂ ਜੀ ਨੇ ਬਖਸ਼ਿਸ਼ ਕਰਕੇ ਸਾਨੂੰ ਅੰਦਰ ਤੇ ਬਾਹਰੋਂ ਬਦਲੀ ਕਰ ਦਿੱਤਾ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ, ਜਿਵੇਂ ਫੌਜੀ ਦੀ ਪਹਿਚਾਨ ਉਸ ਦੀ ਵਰਦੀ ਤੋਂ ਹੀ ਹੁੰਦੀ ਹੈ, ਵੈਸੇ ਤਾਂ ਉਹ ਆਮ ਇੱਕ ਮਨੁੱਖ ਹੁੰਦਾ ਹੈ। ਵਿਪਰਨ ਕੀ ਰੀਤ ਅਪਣਾਉਣ ਨਾਲ ਸਾਡਾ ਜਨਮਦਾਤਾ ਸਾਡੀ ਪ੍ਰਤੀਤ ਨਹੀਂ ਕਰੇਗਾ। ਗੁਰੂ ਜੀ ਨੇ ਸ਼ਕਤੀ ਭਗਤੀ ਦਾ ਮੇਲ ਕਰਕੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਕੇ ਮੀਰੀ ਪੀਰੀ ਦਾ ਸਿਧਾਂਤ ਦ੍ਰਿੜ ਕਰਵਾਇਆ। ਨਾਮ ਜਪਦਿਆਂ ਕਿਰਤ ਕਰਦਿਆਂ ਜੇ ਕੋਈ ਬਦੋ ਬਦੀ ਤੁਹਾਡੇ ਗਲ ਪਵੇ ਤਾਂ ਉਸ ਜ਼ਾਲਮ ਨੂੰ ਸੋਧਣ ਲਈ ਤਲਵਾਰ ਚੁਕਾਈ। ਸਿੱਖ ਦੀ ਬਾਂਹ ਵਿੱਚ ਸਰਬਲੋਹ ਦਾ ਕੜਾ ਇਹ ਦੱਸਦਾ ਹੈ ਕਿ ਸਿੱਖ ਵਹਿਮ ਭਰਮ ਨਹੀਂ ਕਰਦਾ। ਕੰਘਾ ਕੇਸਾਂ ਦੀ ਸਫਾਈ ਕਰਦਾ ਹੈ ਤੇ ਅੰਤਸ਼ਕਰਨ ਦੀ ਸਫਾਈ ਕਰਨ ਦਾ ਗਿਆਨ ਦਿੰਦਾ ਹੈ। ਕੇਸ ਵਾਹਿਗੁਰੂ ਦੀ ਅਮੁੱਲੀ ਤੇ ਕੁਦਰਤੀ ਦਾਤ ਹਨ। ਪ੍ਰਸਿੱਧ ਫਿਲਾਸਫਰ ਟੈਨਵੀ ਲਿਖਦਾ ਹੈ, ਸੰਸਾਰ ਵਿੱਚ ਸਭ ਤੋਂ ਖੂਬਸੂਰਤ ਇਨਸਾਨ ਉਹ ਸਿੱਖ ਹੈ ਜੋ ਆਪਣੀ ਦਾੜੀ ਅਸਲੀ ਹਾਲਤ ਵਿੱਚ ਖੁੱਲੀ ਰੱਖਦਾ ਹੈ। ਢਕੇ ਹੋਏ ਸਿਰ ਨਾਲ ਕੇਸ ਸਾਡੇ ਵਧੇਰੇ ਦਿਮਾਗ ਸ਼ਕਤੀ ਦੀ ਸਿਰਜਣਾ ਕਰਦੇ ਹਨ। ਜੇਕਰ ਕਿਸੇ ਸੂਤੀ ਕੱਪੜੇ ਨਾਲ ਕੇਸ ਢੱਕ ਕੇ ਰੱਖੀਏ ਤਾਂ 100% ਦੀ ਸੂਰਜੀ ਸ਼ਕਤੀ ਉਸ ਸੂਤੀ ਕੇਸਾਂ ਵਿੱਚੋਂ ਨਿਕਲ ਕੇ ਰੋਮਾਂ ਤੱਕ ਪਹੁੰਚਦੀ ਹੈ। ਪਲਾਸਟਿਕ ਦਾ ਕੰਘਾ ਕੇਸਾਂ ਵਿੱਚ ਬਿਜਲੀ ਪੈਦਾ ਕਰਦਾ ਹੈ ਤੇ ਕੇਸਾਂ ਦੇ ਮੂਲ ਸੋਮੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਹਮੇਸ਼ਾ ਲੱਕੜ ਦੇ ਕੰਘੇ ਦੀ ਵਰਤੋਂ ਕਰੋ। ਕੁਦਰਤ ਨੇ ਦਿਮਾਗ ਦੀ ਰੱਖਿਆ ਲਈ ਸਿਰ ਤੇ ਜ਼ਿਆਦਾ ਕੇਸ ਪੈਦਾ ਕੀਤੇ ਹਨ। ਸਿਰ ਸਾਰੇ ਸਰੀਰ ਦਾ ਪਾਵਰ ਹਾਊਸ ਸਰੂਪ ਹੈ। ਕੇਸ ਸਰੀਰ ਦਾ ਇੱਕ ਜ਼ਰੂਰੀ ਭਾਗ ਹਨ। ਰਿਸ਼ੀ ਮੁਨੀ ਤੇ ਸਭ ਅਵਤਾਰ ਕੇਸਾਂ ਧਾਰੀ ਹਨ। ਦੁਆਪਰ ਯੁੱਗ ਦੇ ਕ੍ਰਿਸ਼ਨ ਦੇ ਕੇਸ ਬੜੇ ਲੰਬੇ ਸਨ। ਗੁਰੂ ਜੀ ਦਾ ਉਪਦੇਸ਼ ਹੈ, ਸਿੱਖ ਨੇ ਨਿਆਰੇ ਸਰੂਪ ਨੂੰ ਹਰ ਕੀਮਤ ਤੇ ਕਾਇਮ ਰੱਖਣਾ ਹੈ। ਜੋ ਬੇਜਾਨ ਕੇਸ ਹੁੰਦੇ ਹਨ ਉਹ ਕੰਘਾ ਕਰਦੇ ਸਮੇਂ ਕੰਘੇ ਵਿੱਚ ਆ ਜਾਂਦੇ ਹਨ। ਕੇਸ ਇੱਕ ਰੱਬੀ ਦਾਤ ਹੈ। ਕੇਸਾਂ ਵਿੱਚ ਜਾਨ ਹੈ। ਕੇਸ ਕੁਦਰਤ ਦੀ ਬਖਸ਼ਿਸ਼ ਹਨ। ਵਿਦੇਸ਼ੀ ਇਤਿਹਾਸ ਵਿੱਚ ਸੈਮਸਨ ਇੱਕ ਅਜਿਹਾ ਸੂਰਮਾ ਕੇਸਾਂ ਧਾਰੀ ਹੋਇਆ ਹੈ ਜੋ ਆਪਣੀ ਸ਼ਕਤੀ ਨਾਲ ਪੂਰੇ ਹਜੂਮ ਨੂੰ ਕੁੱਟ ਸੁੱਟਦਾ ਸੀ। ਕੇਸ ਕੱਟਣ ਨਾਲ ਸਰੀਰ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕੇਸਾਂ ਨੂੰ ਆਪਣੀ ਮੋਹਰ ਕਿਹਾ ਹੈ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਕੇਸਾਂ ਨੂੰ ਢਕਣ ਵਾਲੀ ਕੇਸ ਕੀ ਛੋਟੀ ਦਸਤਾਰ ਹੈ। ਕੇਸਾਂ ਧਾਰੀ ਹੋ ਕੇ ਅਸੀਂ ਉਸ ਦੇ ਸਰੂਪ ਦਾ ਗੌਰਵ ਪ੍ਰਾਪਤ ਕਰ ਸਕਦੇ ਹਾਂ। ਵਾਹਿਗੁਰੂ ਨੇ ਇਨਸਾਨ ਨੂੰ ਆਪਣੀ ਹੀ ਸੂਰਤ ਤੇ ਪੈਦਾ ਕੀਤਾ ਹੈ। ਬਾਬਾ ਆਦਮ ਜੀ, ਹਜ਼ਰਤ ਮੁਹੰਮਦ ਸਾਹਿਬ, ਰਾਮਚੰਦਰ, ਦਸ਼ਰਥ ਸਭ ਕੇਸਾਂ ਧਾਰੀ ਸਨ।
ਬਾਬਾ ਆਲਾ ਸਿੰਘ ਜੀ ਨੇ ਅਹਿਮਦ ਸ਼ਾਹ ਅਬਦਾਲੀ ਨੂੰ 1.25 ਲੱਖ ਰੁਪਏ ਭਰ ਦਿੱਤੇ ਸਨ ਹਰਜਾਨੇ ਤੇ, ਪਰ ਕੇਸ ਕਟਾਉਣ ਦੀ ਸ਼ਰਤ ਨੂੰ ਨਾ ਮੰਨਿਆ। ਸਿੱਖੀ ਕੇਸਾਂ ਸਵਾਸਾਂ ਸਾਥ ਨਿਭਾਈ, ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ। ਕੇਸਾਂ ਬਿਨਾ ਸਿੱਖ ਪਤਤ ਹੈ, ਉਹ ਸਿੱਖੀ ਤੋਂ ਖਾਰਜ ਹੈ। ਕੇਸਾਂ ਦਾ ਸੰਬੰਧ ਨਿਆਰੇ ਸਿੱਖੀ ਸਰੂਪ ਨਾਲ ਹੈ। ਕੇਸ ਸਿੱਖ ਦੀ ਪਹਿਲੀ ਪਛਾਣ ਹੈ। ਕੇਸ ਸਿੱਖ ਦੀ ਆਨ ਤੇ ਸ਼ਾਨ ਹਨ। ਕੇਸ ਸਿੱਖੀ ਦਾ ਸ਼ਿੰਗਾਰ ਹਨ। ਕੇਸ ਕੀ ਦੇ ਉੱਪਰ ਦਮਾਲਾ ਜਾਂ ਦਸਤਾਰ ਸਿੱਖ ਦੀ ਸ਼ਾਨ ਹੈ। ਰਹਿਤਨਾਮੇ ਤੋਂ ਹਵਾਲਾ ਮਿਲਦਾ ਹੈ, ਪਹਿਰ 8 ਰੱਖਿਓ ਸੰਭਾਰ, ਦੋਏ ਵੇਲੇ ਉਠ ਬੰਦਿਓ ਦਸਤਾਰ। ਸਿੱਖਾਂ ਲਈ ਦਸਤਾਰ ਦੀ ਪਵਿੱਤਰਤਾ ਸਭ ਤੋਂ ਵੱਧ ਹੈ। ਦਸਤਾਰ ਸਿੱਖ ਦੇ ਨਿਆਰੇਪੁਣ ਦੀ ਸੂਚਕ ਹੈ। ਦਸਤਾਰ ਬਿਨਾਂ ਸਿੱਖ ਦਾ ਇੱਕ ਪਲ ਵੀ ਨਹੀਂ ਲੰਘ ਸਕਦਾ। ਸਿੱਖ ਘਰਾਣਿਆਂ ਵਿੱਚ ਬਚਪਨ ਤੋਂ ਹੀ ਬੱਚਿਆਂ ਵਿੱਚ ਦਸਤਾਰ ਦਾ ਸਤਿਕਾਰ ਮੰਨਿਆ ਹੋਇਆ ਹੈ। ਰਿਸ਼ਤੇਦਾਰੀ ਤੇ ਦੋਸਤੀ ਨੂੰ ਪੱਕਾ ਕਰਨਾ ਹੋਵੇ, ਆਪਸ ਵਿੱਚ ਦਸਤਾਰ ਵਟਾ ਲਈ ਜਾਂਦੀ ਹੈ। ਜਨਮ ਤੇ ਮੌਤ ਜਾਂ ਕਿਸੇ ਦਾ ਵਿਆਹ ਆਦਿ ਹੋਵੇ ਤਾਂ ਉਸ ਸਮੇਂ ਵੀ ਦਸਤਾਰ ਦੀ ਰਸਮ ਦੀ ਮਹਾਨਤਾ ਬਹੁਤ ਵੱਡੀ ਹੈ। ਇਰਾਨੀ ਸ਼ੇਖ ਸ਼ਾਦੀ ਦਸਤਾਰ ਨੂੰ ਇਖਲਾਕ ਆਚਰਣ ਦਾ ਪ੍ਰਤੀਕ ਚਿੰਨ੍ਹ ਕਹਿੰਦੇ ਹਨ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ 5 ਤਿਆਰ ਪਰ ਤਿਆਰ ਸਿੰਘਾਂ ਅੱਗੇ ਹੱਥ ਜੋੜ ਕੇ ਗੁਰੂ ਜੀ ਖੜੇ ਹੋ ਗਏ ਤੇ ਕਿਹਾ, ਖਾਲਸਾ ਜੀ, ਅੰਮ੍ਰਿਤ ਦੀ ਦਾਤ ਗੋਬਿੰਦ ਰਾਏ ਨੂੰ ਬਖਸ਼ ਕੇ ਗੋਬਿੰਦ ਸਿੰਘ ਹੋਣ ਦਾ ਮਾਣ ਬਖਸ਼ੋ। ਗੁਰੂ ਜੀ ਖਾਲਸੇ ਵਿੱਚ ਅਭੇਦ ਹੋ ਗਏ ਤੇ ਫਰਮਾਇਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में ਹੋਂ ਕਰੋ ਨਿਵਾਸ। ਖਾਲਸਾ ਕਦੇ ਵੀ ਡੋਲਦਾ ਥਿੜਕਦਾ ਨਹੀਂ, ਸਗੋਂ ਚਟਾਨ ਵਾਂਗ ਮਜ਼ਬੂਤ ਹੈ। ਖਾਲਸੇ ਦੀ ਸਰਬਲੋਧੀ ਜੋ ਸ੍ਰੀ ਸਾਹਿਬ ਬਣੀ ਹੈ, ਇਸ ਨੂੰ ਗੁਰੂ ਨਾਨਕ ਦੇਵ ਜੀ ਨੇ ਆਪ ਢਾਲਿਆ ਸੀ। ਆਪਣੇ ਸਮੇਂ ਦੇ ਲੋਧੀ ਬਾਦਸ਼ਾਹ ਤੇ ਬਾਬਰ ਦੇ ਹੱਲੇ ਦੀ ਬੜੇ ਕਰੜੇ ਸ਼ਬਦਾਂ ਵਿੱਚ ਗੁਰੂ ਨਾਨਕ ਨੇ ਨਿਖੇਧੀ ਕੀਤੀ ਹੈ। ਰਾਜੇ ਸ਼ੀ ਮੁਕੱਦਮ ਕੁੱਤੇ ਤੇ ਬਾਬਰ ਦੀ ਫੌਜ ਨੂੰ ਪਾਪ ਕੀ ਜੰਝ ਕਹਿ ਕੇ ਪੁਕਾਰਨਾ ਬੜੀ ਜ਼ੋਰਦਾਰ ਆਵਾਜ਼ ਹੈ। ਗੁਰੂ ਅਰਜਨ ਦੇਵ ਜੀ ਨੇ ਸ਼ਾਹੀ ਵਿਰੋਧ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪਣੇ ਮਿਸ਼ਨ ਨੂੰ ਅੱਗੇ ਵਧਾਇਆ। ਭਾਵੇਂ ਆਪ ਜੀ ਨੂੰ ਇਸ ਦੀ ਕੀਮਤ ਸ਼ਹੀਦੀ ਦੇਣੀ ਪਈ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਧੇ ਹੋ ਕੇ ਜ਼ੁਲਮ ਦਾ ਟਾਕਰਾ ਕੀਤਾ। 4 ਜੰਗ ਕੀਤੇ। 9ਵੇਂ ਗੁਰੂ ਜੀ ਨੇ ਤਿਲਕ ਜੰਝੂ ਦੀ ਰੱਖਿਆ ਕਰਦਿਆਂ ਹੋਇਆਂ ਆਪਣੇ ਸਿਰ ਧੜ ਦੀ ਬਾਜੀ ਲਗਾ ਦਿੱਤੀ।
ਵਾਹ ਵਾਹ ਨੀ ਵਸਦੀ ਦਿੱਲੀਏ ਨੀ ਕਈ ਕੋਟ ਕਿਲਿਆਂ ਵਾਲੀਏ ਉੱਚਿਆਂ ਨਿਸ਼ਾਨਾਂ ਵਾਲੀਏ ਖੁੱਲਿਆਂ ਬਾਜ਼ਾਰਾਂ ਵਾਲੀਏ ਪੱਕੀਆਂ ਦੁਕਾਨਾਂ ਵਾਲੀਏ ਦੇਖਿਆ ਨੀ ਚੌਂਕ ਤੇਰਾ ਚਾਂਦਨੀ ਵੱਜਦੇ ਕਲੇਜੇ ਤੀਰ ਹੋਇਆ ਛਾਨਣੀ ਇੱਥੇ ਹੀ ਜੱਗ ਦੀ ਅੱਖ ਨੇ ਜ਼ੁਲਮਾਂ ਦਾ ਤਾਰਾ ਵੇਖਿਆ ਇੱਥੇ ਹੀ ਉਬਲਦੀ ਦੇਗ ਤੇ ਆਰਾ ਵੇਖਿਆ ਇੱਥੇ ਹੀ ਨੌਵੇਂ ਰੂਪ ਵਿੱਚ ਨਾਨਕ ਪਿਆਰਾ ਵੇਖਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਵਿਰੁੱਧ 14 ਜੰਗਾਂ ਵਿੱਚ ਫਤਿਹ ਪ੍ਰਾਪਤ ਕੀਤੀ। ਭਲਾ ਵਿਅਕਤੀ ਉਹੀ ਹੈ ਜੋ ਮਨ ਵਿੱਚ ਯੁੱਧ ਦੀ ਇੱਛਾ ਰੱਖਦਾ ਹੋਇਆ ਮੂੰਹ ਵਿੱਚੋਂ ਅਕਾਲ ਪੁਰਖ ਦਾ ਸ਼ੁਕਰਾਨਾ ਕਰੇ। ਗੁਰੂ ਜੀ ਦੇ ਖਾਲਸੇ ਨੂੰ ਉਪਦੇਸ਼ ਹੈ ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਕਾਰ ਵਿਹਾਰ ਕਰਦੇ ਹੋਏ ਆਪਣਾ ਚਿੱਤ ਵਾਹਿਗੁਰੂ ਨਾਲ ਜੋੜ ਕੇ ਰੱਖਣਾ, ਆਪਣੇ ਫਰਜ਼ਾਂ ਦੀ ਪਹਿਚਾਨ ਕਰਨ ਤੇ ਵਾਹਿਗੁਰੂ ਤੇ ਭਰੋਸਾ ਰੱਖਣਾ, ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨਾ। ਰਹਿਤ ਪਿਆਰੀ ਮੁਝ ਕੋ ਸਰਬ ਸ਼ਕਤੀਮਾਨ ਵਾਹਿਗੁਰੂ ਜੀ ਨੇ ਜੋ ਸਭ ਦੁਨੀਆ ਤੋਂ ਨਿਆਰਾ ਖਾਲਸਾ ਆਪਣੀ ਮੌਜ ਵਿੱਚ ਆ ਕੇ ਸਤਿਗੁਰੂ ਜੀ ਨੇ ਸਾਜਨਾ ਕੀਤੀ ਹੈ। ਸਰਬਲੋਕ ਗ੍ਰੰਥ ਵਿੱਚ ਸ਼੍ਰੀ ਕਲਗੀਧਰ ਜੀ ਫਰਮਾਉਂਦੇ ਹਨ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸੇ ਦੇ ਨਿਆਰੇਪਣ ਨੂੰ ਕਾਇਮ ਰੱਖਣ ਲਈ ਸਤਿਗੁਰੂ ਦਸਮੇਸ਼ ਪਿਤਾ ਜੀ ਨੇ ਆਪਣਾ ਸਰਵੰਸ ਹੀ ਕੁਰਬਾਨ ਕਰ ਦਿੱਤਾ। ਸਤਿਗੁਰਾਂ ਦੇ ਘਰੋਂ ਪ੍ਰਵਾਨ ਹੋਏ ਸੰਤਾਂ ਗੁਰਸਿੱਖਾਂ ਨੇ ਇਸੇ ਮਿਸ਼ਨ ਲਈ ਨਿਆਰੇਪਣ ਨੂੰ ਕਾਇਮ ਰੱਖਣ ਲਈ ਅੱਗੇ ਆਏ ਤੇ ਆਪਣੇ ਜੀਵਨ ਨੂੰ ਖਾਲਸਾਈ ਨਿਯਮਾਂ ਵਿੱਚ ਢਾਲਿਆ ਤੇ ਸੰਸਾਰੀ ਜੀਵਾਂ ਲਈ ਇੱਕ ਨਮੂਨੇ ਦੇ ਇਨਸਾਨ ਬਣ ਕੇ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣੇ। ਗੁਰੂ ਸਾਹਿਬ ਜੀ ਨੇ ਪਹਿਲਾਂ ਸੰਗਤ ਵਿੱਚ, ਫਿਰ ਪੰਗਤ ਵਿੱਚ ਇੱਕੋ ਥਾਂ ਇਸ਼ਨਾਨ, ਇੱਕੋ ਹੀ ਬਾਟੇ ਵਿੱਚ ਸਭ ਨੂੰ ਅੰਮ੍ਰਿਤ ਛਕਾ ਕੇ ਜਾਤ ਪਾਤ ਦੇ ਤਕੜੇ ਸੰਗਲ ਤੋੜ ਦਿੱਤੇ। ਗੁਰੂ ਕਾ ਲੰਗਰ ਵਰਤਾਉਣ ਵੇਲੇ ਨਗਾਰਾ ਵਜਾਇਆ ਜਾਂਦਾ ਹੈ। ਨਗਾਰਾ ਇਸ ਗੱਲ ਦਾ ਪ੍ਰਤੀਕ ਹੈ ਉਸ ਸਮੇਂ ਵੈਰੀ ਵੀ ਆਵੇ ਉਸ ਨੂੰ ਵੀ ਗੁਰੂ ਕਾ ਲੰਗਰ ਛਕਾਇਆ ਜਾਂਦਾ ਹੈ। ਦੇਗ ਤੇਗ ਜਗ ਮੇ ਦਉ ਚਲੇ, ਰਾਖ ਆਪ ਮੋਏ ਅਵਰ ਨਾ ਦਲੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਫਤਿਹ ਉਪਰੰਤ ਆਪਣੀ ਸੀਲ ਮੋਹਰ ਉੱਤੇ ਇਹ ਸ਼ਬਦ ਉਕਰਵਾਏ ਹੋਏ ਸਨ, ਦੇਗ ਤੇਗ ਫਤਿਹ ਨਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਇਹਦਾ ਅਰਥ ਹੈ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਦੇਗ ਤੇਗ ਦੀਆਂ ਸਦਾ ਬਰਕਤਾਂ ਪਾਈਆਂ। ਦੇਗ ਦਾ ਅਰਥ ਹੈ ਟੋਟਾ ਨਾ ਆਉਣਾ, ਖੁੱਲਾ ਮੂੰਹ, ਖੇਮਾ ਵੰਡ ਛਕਣ ਦਾ ਸੁਭਾਅ। ਵਾਹਿਗੁਰੂ ਜੀ ਨੇ ਧਰਤੀ ਐਸੀ ਦੇਗ ਰਚੀ ਹੈ ਉਹ ਸੰਸਾਰ ਨੂੰ ਦੇਦਿਆਂ ਥੱਕਦੀ ਨਹੀਂ। ਧਰਤੀ ਦੇਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਤੇਗ ਦਾ ਅਰਥ ਹੈ ਸੰਘਰਸ਼ ਲਈ ਜੁਟੇ ਰਹਿਣਾ, ਆਪਣਾ ਬਲ ਨਾ ਹਾਰਨਾ,
ਜਿਨ੍ਹਾਂ ਪਾਸ ਦੇਗ ਤੇਗ ਹੈ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਖਾਲਸੇ ਦੀ ਵੱਡੀ ਵਡਿਆਈ ਇਹ ਹੈ ਕਿ ਉਹ ਤੇਗ ਤੋਂ ਹੱਥ ਹਟਾਉਂਦੇ ਨਹੀਂ ਤੇ ਵੰਡ ਛਕ ਖਾਂਦੇ ਹਨ। ਯਹੀ ਲੈਕੀ ਖਾਲਸੇ ਮਾਏ ਲਰਨ ਮਰਨ ਸੋ ਰਹੇ ਅਗਾਏ और प्रसाद वंड के खाएं मिठा बोले सिक्खी कमाएं। पंथ प्रकाश दी लिखत है। लंगर फारसी दा शब्द है, इसदा अर्थ है लोहे दा वजनदार कुंडा जिस नूं पानी विच सुट के समुंदरी जहाज नूं ठहराया जाता है। इसे तरह संसार सागर विच शरीर रूपी जहाज नूं चलाउंदे होए उदर पूर्ति लई पेट दी पूर्ति लई लंगर पाउणा ते मंजिल वल तुरी जाना है। लंगर दा संबंध लोहे नाल है, इस ਲਈ ਲੋ ਲੰਗਰ ਹੀ ਅਸੀਂ ਕਹਿੰਦੇ ਹਾਂ। ਨੇਜੇ ਜਾਂ ਖੰਡੇ ਹੇਠਾਂ ਕੇਸਰੀ ਰੰਗ ਦੇ ਰੇਸ਼ਮੀ ਜਾਂ ਖੱਦਰ ਦੇ ਫਰਲੇ ਨੂੰ ਤਕੋਣ ਦੀ ਸ਼ਕਲ ਨੂੰ ਨਿਸ਼ਾਨ ਸਾਹਿਬ ਕਹਿੰਦੇ ਹਨ। ਪੰਥ ਪ੍ਰਕਾਸ਼ ਵਿੱਚ ਦਰਜ ਹੈ ਕੇਸਰੀ ਨਿਸ਼ਾਨ ਸਾਹਿਬ गुरु नानक देव जी ने सचखंड झूलदा वेख्या है। निशान साहब तकोना हुंदा है पर आमो सामने दे दोवें कोणे 45 डिग्री ते जोड़े जांदे हन। विचकार एक ओंकार ते खंडा बनाया जांदा है। भाई नंद लाल जी ने जिक्र किया है कलगीधर जी दे केसरी निशान साहब ते वाहिगुरु जी की फतेह उकरी हुई है। महाराजा रणजीत सिंह वेले निशान साहब ते अकाल सहाय दे शब्द उकरे हन। नगारा बजाउण दी सेवा मर्यादा गुरु गोबिंद सिंह जी वेले शुरू होई सी। वाहिगुरु गुरु हरगोबिंद साहब जी वेले शुरू होई सी। जदों गुरु जी एक थां तो दूजी थां जांदे तां नगारा वजदा रहिंदा। अमृत वेले गुरु ग्रंथ साहिब जी दी सवारी अकाल तख्त तो श्री हरमंदर साहब प्रकाश होण लई चलदी है। लगातार नगारा वजदा रहिंदा है। सतवें पातशाह जी ने गुरु का लंगर आरंभ होण वेले भी नगारा बजाउण दा हुक्म दे दिता सी कि सब नूं ज्ञान हो जाए कि गुरु का लंगर जारी हो गया है। 8वें पातशाह जी दे दरबार दे बाहर नगारा हुंदा सी। आनंदपुर साहब तां रणजीत नगारे दीआं गूंजां नाल पहाड़ियां गूंज उठदियां हन। गुरुद्वारे साहिब नगारा जरूरी है। कलगीधर पातशाह जी दा उपदेश है कोई अपना कारज अड़िया देखो तां कड़ाह प्रसाद तैयार करके अरदास करो, सारे मनोरथ पूरे होणगे। करो तिहावल अरे जो काजा कर अरदास धरो मम ध्याना। कर अरदास धरो मम ध्यान हो मनोरथ पूर महान। दे वाक अनुसार जो प्रसाद को बांट है मन में धारे लोभ
किसे थोरा किसे अगला सदा रहे तिस सोग। सिखां नूं गुरु जी का उपदेश है, जदों मृतक देह का संस्कार करके मुड़ो तां कड़ाह प्रसाद वरताओ। इस दा भाव यह है, सिख भाणे नूं मिठा करके मनदा है। सिख अकाल पुरख वाहिगुरू नूं मनदे हन। सिखां दीआं संस्थावां रौह रीतियां धार्मिक अकीदे कर्म कांडां नाल मेल नहीं खांदे। संस्थावां लंगर पंगत संगत गुरुद्वारा साहब नगारा निशान साहब बुंगे चौकियां अपनियां हन। खालसे नूं पातशाही धुरों मिली है। सिख केवल बख्शिश ते यकीन करदा है। नाम ध्याउणा ही असली मुशक्कत घाल है। कलगीधर पातशाह जी का हुक्म है, जिथे सिंह धर्म दे वास्ते सिखी दे परोपकार लई युद्ध करनगे, उथे मेरा सिखां विच दीदार होसी। गुरु जी वल्लों बर है, जिथे धर्म दे राह ते एक सिंह शहीद होवेगा, उथे दो होर जन्म लै लैणगे। जो लड़ाई विच हथियार सुट देवे, सिंह उसनूं कदे नहीं मारदे अते ना ही नस्से जांदे नूं पकड़दे हन। ਸਿੰਘਾਂ ਦਾ घर घोड़ियां दीआं काठियां दे उत्ते है। घरां दा मोह तोड़ के सिंह युद्ध करदे हन। पुरातन ते विरले हुण दे भी ਸਿੰਘਾਂ नूं शास्त्र चलाउण ते धर्म युद्ध करन दा बहुत चाह है। पुरातन ਸਿੰਘਾਂ दे शरीर नूं शास्त्रां दा घाव लगदा सी। जख्मी होण ते तां ਉਹ समझदे सन ਇਹ देही पवित्र होई है। जो असीं वेख रहे हां सब मौत है। मौत दा ज्ञान अमृत विच लै जांदा है। अमृत पीवो सदा चिर जीवो। वाहिगुरू जी जन्म तो पहला भी सी, मौत तो बाद भी रहणगे। ओही जीवन है। खालसे नूं हदायत है, उठ प्रभात करो इशनान। पद पंकज में लीना, यथा शक्त दान भूखे को। निमख निमख रंग पीना। क्रोध नवार दया मन लावो। हिंसा दुर्मत त्यागो। जीव हत्या नहीं करनी। बेगुनाहां उत्ते जुल्म ते अत्याचार नहीं करना। सरबलो ग्रंथ दी लिखत है। गुरु गोबिंद सिंह जी एक दिन टहलदे होए लोह दे लागे आ खड़े होए, जिथे गुरु का लंगर सज रहा सी। गुरु जी ने कहा, लोह ठंडी कर दिती जावे। झोकियां ने हैरान हो के बालन बाहर खिंच लिया। की वेखदे हन, लोह दे हेठां लकड़ां दे नाल किसे पशु दे हड्ड दा टुकड़ा सी। बालन नाल ओ भी धुख रहा सी। गुरु गोबिंद सिंह जी ने सारा तैयार किया लंगर कुत्तियां कावां नूं सुटा दिता ते मुड़ के सारे बर्तन साफ करा के गुरु का लंगर तैयार करवाया ते सेवादारां नूं सख्त ताड़ना कीती कि अगे तो पूरी सावधानी वरतन। इस तरह मास हड्ड
ਕੋਈ ਅਪਵਿੱਤਰ ਵਸਤੂ ਗੁਰੂ ਕੇ ਲੰਗਰ ਦੀ ਹੱਦ ਅੰਦਰ ਨਾ ਆਉਣ ਦਿੱਤੀ ਜਾਵੇ। ਦਇਆ ਜੀਵਾਂ ਦੀ, ਪਰਚਾ ਧਰਮ ਦਾ, ਹਿੰਮਤ ਸਰੀਰ ਦੀ, ਸਹਿਵੀ ਲੋਕ ਪਰਲੋਕ ਦੀ, ਮੁਹਕਮਤਾ ਵਿਸ਼ਵਾਸ ਤੇ ਇਰਾਦੇ ਦੀ ਭਰੀ ਹੈ। ਖਾਲਸੇ ਦੀ ਸਾਜਨਾ ਵੇਲੇ ਵਕਤ ਦੀ ਹਕੂਮਤ ਦੇ ਮਹਿਕਮੇ ਦੇ ਕਰਮਚਾਰੀ ਭੇਜੇ ਹੋਏ ਸਨ, ਜੋ ਕਿ ਉਸ ਦੀਵਾਨ ਵਿੱਚ ਮੌਜੂਦ ਸਨ। ਉਹਨਾਂ ਨੇ ਉਸ ਦਿਨ ਦੇ ਦੀਵਾਨ ਦੀ ਕਾਰਵਾਈ ਦੀ ਪੂਰੀ ਰਿਪੋਰਟ ਆਪਣੀ ਸਰਕਾਰ ਨੂੰ ਭੇਜੀ ਸੀ। ਦੀਵਾਨ ਵਿੱਚ ਹਾਜ਼ਰ ਸੰਗਤਾਂ 80,000 ਇਹ ਅੰਕੜੇ ਵੀ ਦਿੱਤੇ ਹਨ। ਕੁੱਠੇ ਦਾ ਅਰਥ ਹੈ ਪਸ਼ੂ ਪੰਛੀ ਨੂੰ ਤੇਜ਼ ਹਥਿਆਰ ਨਾਲ ਬੇਦਰਦੀ ਨਾਲ ਕੱਟਣਾ। ਕੋਹਣ ਤੋਂ ਅਰਥ ਬਣਦਾ ਹੈ ਕੱਟਣਾ ਵੱਢਣਾ। ਜੀਆਂ ਕੋਹਤ ਨ ਸੰਗੇ ਪ੍ਰਾਣੀ 201 ਅੰਕ ਤੇ ਆ। ਰਹਿਤ ਨਾਮਿਆਂ ਵਿੱਚ ਕੁੱਠਾ ਨਹੀਂ ਖਾਣਾ ਦਾ ਭਾਵ ਹੈ ਮਾਸ ਨਹੀਂ ਖਾਣਾ। ਜੋ ਪਸ਼ੂ ਪੰਛੀਆਂ ਨੂੰ ਖਾਂਦੇ ਹਨ ਉਹਨਾਂ ਦੇ ਹਿਰਦਿਆਂ ਵਿੱਚ ਸਦਾ ਹੀ ਅਸ਼ਾਂਤੀ ਤੇ ਭਟਕਣਾ ਲੱਗੀ ਰਹਿੰਦੀ ਹੈ। ਸਿੰਘ ਸ਼ੇਰ ਵਾਂਗ ਹੀ ਆਪਣੀ ਗਾਰ ਵਿੱਚੋਂ ਨਿਕਲ ਕੇ ਪਹਿਲਾਂ ਅੰਗੜਾਈ ਲੈਂਦਾ ਹੈ, ਫਿਰ ਸਰੀਰ ਨੂੰ ਢਿੱਲਾ ਛੱਡਦਾ ਹੈ, ਇਰਦ ਗਿਰਦ ਝਾਕਦਾ ਤੇ ਕੰਨ ਖੜੇ ਕਰਕੇ ਸੁਣਦਾ ਹੈ, ਫਿਰ ਇਸ਼ਨਾਨ ਕਰਕੇ ਜਾਪ ਸਿਮਰਨ ਕਰਦਾ ਹੈ। ਵਕਤ ਪੈਣ ਤੇ ਜੂਝਦਾ ਹੈ। ਖਾਲਸਾ ਵਾਹਿਗੁਰੂ ਜੀ ਦਾ ਰੂਪ ਹੈ। ਵਾਹਿਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਦਾ ਹੈ। ਖਾਲਸੇ ਦੇ ਅੰਦਰ ਵਾਹਿਗੁਰੂ ਦਾ ਪੂਰਨ ਪ੍ਰਕਾਸ਼ ਹੁੰਦਾ ਹੈ। ਖਾਲਸਾ ਨਰੋਲ ਹੈ। ਪੰਥ ਉਹ ਸ਼ਖਸੀਅਤ ਹੈ ਜੋ ਗੁਰੂ ਆਗਿਆ ਅਨੁਸਾਰ, ਗੁਰੂ ਦੇ ਆਸ਼ਿਆਂ ਅਨੁਸਾਰ ਜੀਵਨ ਢਾਲ ਕੇ ਆਪਾ ਵਾਰਨ ਲਈ ਤਤਪਰ ਹੈ। ਰਹਿਣੀ ਦੋ ਪ੍ਰਕਾਰ ਦੀ ਹੈ, ਸ਼ਖਸੀ ਤੇ ਪੰਥਕ ਰਹਿਣੀ। ਗੁਰਮਤ ਦੀ ਰਹਿਣੀ ਅਤੇ ਸੇਵਾ, ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਅਰਦਾਸ ਕਰਨੀ, ਸਾਧ ਸੰਗਤ ਵਿੱਚ ਜਾਣਾ, ਗੁਰਬਾਣੀ ਦੀ ਕਥਾ ਸੁਣਨਾ, ਗੁਰਦੁਆਰੇ ਸਾਹਿਬ ਵਿੱਚ ਸੰਗਤ ਦਾ ਪ੍ਰੋਗਰਾਮ, ਗੁਰਦੁਆਰੇ ਸਾਹਿਬਾਂ ਦਾ ਪ੍ਰਬੰਧ, ਗੁਰੂ ਕਾ ਲੰਗਰ ਤੇ ਪੰਗਤ ਦੇ ਨਿਯਮ, ਇਹ ਦੋ ਪ੍ਰਕਾਰ ਦੀ ਰਹਿਣੀ ਹੈ ਗੁਰੂ ਕੀ ਸੰਗਤ। ਕਾਬਲ ਦੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮਨਾਮਾ ਭੇਜਿਆ, ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ, ਇਹ ਸਾਡੀ ਮੋਹਰ ਹੈ। ਕੱਛ ਕਿਰਪਾਨ ਦਾ ਵਸਾ ਨਹੀਂ ਕਰਨਾ, ਸਰਬਲੋਹ ਦਾ ਕੜਾ ਹੱਥ ਰੱਖਣਾ, ਦੋਨੋਂ ਵਕਤ ਕੇਸਾਂ ਦੀ ਪਾਲਣਾ ਕੰਘੇ ਸਿਉ ਕਰਨੀ, ਸਰਬੱਤ ਸੰਗਤ ਮਾਸ ਨਹੀਂ ਖਾਣਾ, ਕੰਨਿਆ ਮਾਰਨ ਵਾਲੇ ਨਾਲ ਮੇਲ ਨਾ ਰੱਖਣਾ, ਮੀਣੇ ਮਸੰਦ ਰਾਮ ਰਾਈਏ ਕੀ ਸੰਗਤ ਨਾ ਬੈਸੋ, ਗੁਰਬਾਣੀ ਪੜ੍ਹਨੀ, ਵਾਹਿਗੁਰੂ ਵਾਹਿਗੁਰੂ ਜਪਣਾ, ਗੁਰੂ ਕੀ ਮੱਤ ਰੱਖਣੀ। ਇਹ ਗੁਰੂ ਕੀ ਸੰਗਤ ਮਹਾਰਾਜ ਨੇ ਕਾਬਲ ਦੀ ਸੰਗਤ ਨੂੰ ਪੱਤਰ ਲਿਖਿਆ। ਮੀਣੇ ਦਾ ਅਰਥ ਹੈ ਜੋ ਮਨ ਦਾ ਛਲ ਪ੍ਰਗਟ ਨਾ ਹੋਣ ਦੇਵੇ। ਜਿਵੇਂ ਪਿਰਥੀ ਚੰਦ ਬਾਰੇ ਭਾਈ ਸਾਹਿਬ ਜੀ ਨੇ ਮੀਣੇ ਦਾ ਸ਼ਬਦ ਵਰਤਿਆ ਹੈ, ਸਤਿਗੁਰ ਸੱਚਾ ਪਾਤਸ਼ਾਹ ਮੂੰਹ ਕਾਲੇ ਮੀਣਾ। ਰਾਮ ਰਾਏ ਜੀ ਦੀ ਔਲਾਦ ਥੋੜੀ ਮੱਤ ਵਾਲੇ ਹਨ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਵੀ ਮਿੱਟੀ ਬੇਈਮਾਨ ਦੀ ਕਹਿ ਦਿੱਤਾ, ਬਦਲੀ ਕਰ ਦਿੱਤੀ। ਮਿੱਟੀ ਮੁਸਲਮਾਨ ਦੀ ਹੈ, ਇਹ ਹੈ ਪੰਗਤੀ ਅਸਲੀ। ਮਸੰਦ ਸੰਗਤਾਂ ਇਹਨਾਂ ਨੂੰ ਭੇਟਾ ਦਿੰਦੀਆਂ ਸਨ। ਇਹ ਕਾਰ ਸੇਵਾ ਇਕੱਠੀ ਕਰਕੇ ਗੁਰੂ ਘਰ ਮਸੰਦ ਪਹੁੰਚਾਉਂਦੇ ਸਨ। ਸਮਾਂ ਪਾ ਕੇ ਮਸੰਦ ਇਤਨੇ ਵਿਗੜ ਗਏ ਕਿ ਮਸੰਦ ਇੱਕ ਪ੍ਰਕਾਰ ਦੀ ਗਾਲੀ ਹੀ ਬਣ ਗਿਆ, ਗਾਲ ਬਣ ਗਈ। ਗੁਰੂ ਜੀ ਨੇ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਵੇਖ ਕੇ ਹੁਕਮ ਕੀਤਾ, ਇਹਨਾਂ ਨਾਲ ਨਹੀਂ ਵਰਤਣਾ। ਨੜੀ ਮਾਰ ਦਾ ਅਰਥ ਹੈ ਤਮਾਕੂ, ਹੁੱਕਾ, ਸਿਗਰਟ ਪੀਣ ਵਾਲੇ। ਕੁੜੀ ਮਾਰ ਜੋ ਜੰਮਦੇ ਹੀ ਬੱਚੀ ਕੰਨਿਆ ਨੂੰ ਮਾਰ ਦਿੰਦੇ ਹਨ, ਜੋ ਤਾਨੇ ਮਾਰ ਮਾਰ ਕੇ ਵਿਆਹੀ ਕੰਨਿਆਂ ਦੀ ਜ਼ਿੰਦਗੀ ਬੇਕਾਰ ਕਰ ਦੇਣ ਤੇ ਉਹ ਖੁਦਕਸ਼ੀ ਤੇ ਮਜਬੂਰ ਹੋ ਜਾਂਦੀ ਹੈ। ਉਹ ਸਿੱਖ ਤਨਖਾਹੀਆ ਹੈ ਜੋ ਲਾਲਚ ਅਭਿਮਾਨ ਅਧੀਨ ਕੋਈ ਕਰਮ ਕਰਦਾ ਹੈ। ਦਾੜੀ ਰੰਗਣ ਵਾਲਾ, ਪੁੱਤਰ ਧੀ ਦਾ ਸਾਕ ਮੁੱਲ ਲੈਣ ਵਾਲਾ, ਨਸ਼ੇ ਵਰਤਣ ਵਾਲਾ, ਗੁਰਮਤ ਦੇ ਵਿਰੁੱਧ ਭੁੱਲ ਕਰਨ ਵਾਲਾ, ਪਤਤ ਦਾ ਜੂਠਾ ਖਾਣ ਵਾਲਾ, ਮੀਣੇ ਮਸੰਦ ਧੀਰ ਮੱਲੀਏ, ਰਾਮ ਰਾਈਏ, ਕੁੜੀ ਮਾਰ, ਨੜੀ ਮਾਰ ਆਦਿ ਨਾਲ ਵਰਤਣ ਵਾਲਾ, ਉਹ ਸਿੱਖ ਤਨਖਾਹੀਆ ਹੈ। ਤਨਖਾਹ ਕਿਸੇ ਕਿਸਮ ਦੀ ਸੇਵਾ ਹੋਵੇ ਜੋ ਹੱਥਾਂ ਨਾਲ ਕੀਤੀ ਜਾ ਸਕੇ। ਸਿੱਖ ਧਰਮ ਸੱਚ, ਪ੍ਰੇਮ, ਅਣਖ ਅਤੇ ਆਜ਼ਾਦੀ ਲਈ ਜੂਝਦਾ ਹੈ। ਸਿੱਖੀ ਦੀ ਜੜ ਹੈ ਨਿਮਰਤਾ, ਸਿੱਖੀ ਦੀਆਂ ਸ਼ਾਖਾਂ ਹਨ ਸੇਵਾ, ਸਿੱਖੀ ਦੇ ਪੱਤੇ ਹਨ ਸਾਧ ਸੰਗਤ। ਫੁੱਲ ਪੈਂਦਾ ਹੈ ਸ਼ਬਦ ਦੀ ਸੂਝ ਦਾ। ਛੋਟਾ ਘੱਲੂ ਘਾਰਾ ਕਾਨੂੰਵਾਨ ਦੇ ਸ਼ੰਭ ਵਿੱਚ ਹੋਇਆ। ਲਖਪਤ ਰਾਏ ਤੇ ਯਹੀਆ ਖਾਨ ਨਵਾਬ ਲਾਹੌਰ ਨੇ ਭਰਪੂਰ ਵਾਰ ਕੀਤੇ। 10,000 ਸਿੰਘ ਸ਼ਹੀਦ ਹੋਏ ਤੇ ਵੱਡਾ ਘੱਲੂ ਘਾਰਾ ਕੁੱਪ ਮਲੇਰ ਕੋਟਲੇ ਲਾਗੇ ਦੇ ਮੈਦਾਨ ਵਿਖੇ ਹੋਇਆ। ਅਹਿਮਦ ਸ਼ਾਹ ਅਬਦਾਲੀ ਹਮਲਾਵਰ ਸੀ। 30,000 ਸਿੰਘ ਸ਼ਹੀਦ ਹੋਇਆ। ਸਰਦਾਰ ਸਭੇ ਜ਼ਖਮੀ ਭਏ, ਸਾਬਤ ਰਹਿਓ ਨ ਕੋਏ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਸਰੀਰ ਤੇ 22 ਜ਼ਖਮ ਸਨ ਅਤੇ ਸਰਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਏ ਦੇ ਸਰੀਰ ਤੇ 19 ਜ਼ਖਮ ਸਨ। ਸਿੱਖ ਰਾਜ ਜਾਣ ਦੇ ਕਾਰਨ ਇਹ ਹੋਏ, ਜਿਨ੍ਹਾਂ ਹੱਥ ਬਾਗਡੋਰ ਆਈ ਉਹ ਖਰੀਦੇ ਗਏ। ਖੁਸ਼ਹਾਲੀ ਆਉਣ ਤੇ ਨਿਸਲ ਤੇ ਅਵੇਸਲੇ ਹੋ ਗਏ। ਭਰਾ ਭਰਾ ਦਾ ਵੈਰੀ ਹੋ ਗਿਆ ਤੇ ਆਈ ਬਿਪਤਾ ਤੇ ਕੋਈ ਇਕੱਠ ਕਰਨ ਵਾਲੀ ਸੰਸਥਾ ਹੀ ਨਾ ਰਹੀ। ਵਾਹਿਗੁਰੂ ਜੀ ਨੇ 10ਵੇਂ ਪਾਤਸ਼ਾਹ ਜੀ ਨੂੰ ਕਿਹਾ, ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚਰ ਕਰਵੇ ਕੋ ਸਾਜਾ। ਜਹਾਂ ਤਹਾਂ ਤੇ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਕਬਿਓ ਬਾਚ ਦੋਹਰਾ, ਠਾਂਡ ਪਿਓ ਮੈਂ ਜੋਰ ਕਰ ਬਚਨ ਕਹਾ ਸਿਰ ਨੇ ਆਏ। पंथ चले तब जगत में जब तुम करो सहाय। पौड़ी हर सच्चे तख्त रचाया, सत संगत मेला। नानक निरभव निरंकार विच सिद्धा खेला। गुर सिमन मनाई कालका खंडे की बेला।
ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸਹੇਲਾ। ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਜੀ का खालसा किसे कर्म कांड वहम तो न्यारा है। जागत जोत जपे निस्बासर एक बिना मन नेक न आने। पूरन प्रेम प्रतीत सजै बरत गौर बटी। बरत गौर मड़ी मट भूल न माने। तीर्थ दान दया तप संजम एक बिना न एक पछाने। पूरन जोत जगे घट में तब खालस ताए नखालस जाने। खालसा मेरो पिंड प्राण खालसा मेरी जान की जान। खालसा अकाल पुरख की फौज प्रगटे ओ खालसा परमात्म की मौज। जब लग खालसा रहे न्यारा तब लग तेज दियो मैं सारा। जब ए गहे विप्रन की रीत मैं न करो इनकी प्रतीत। श्री दशमेश जी का केवल विसाखी दे समागम समय खंडे धार अमृत का बाटा तैयार करना इस गल की प्रसिद्ध दलील साबित हो गई कि खालसा सो है जो सर्वत्र गुणा सहित प्रवीण होवे। अमृत की सार सोई जाने जे अमृत का व्यापारी जियो। फारसी वाले अमृत नूं आबे हयात कहंदे हन। अंग्रेजी वाले नैक्टर हिंदू अते सिख अमृत कहंदे हन। अमृत मुर्दे नूं जिउंदा कर देंदा है जिउंदे नूं अमर कर देंदा है। सारियां कौमां ने अमर होण वास्ते वक्खो वक्ख तरीके अमृत लभण दे दस्से हन। पर गुरु गोबिंद सिंह जी का तरीका सब तो सौखा ते श्रेष्ठ है जिसनूं हर एक प्राणी सौखा निभा सकता है। गृहस्थ विच ही अमृत छक के अमर हो सकता है। कलयुग विच गुरु नानक दा राज है। कल तारन गुरु नानक आया। सब ते वड्डा सतगुर नानक जिन कल राखी मेरी। पहली पातशाही तो 9वीं पातशाही तक चरण पहुल दा रिवाज सी। 10वीं पातशाही ने खंडे धार पहुल तैयार कीती। 5 प्यारियां तो अमृत छकण दा नवां तरीका कच्चे गुरुआं तो बचाउण वास्ते ही बनिया है। काचे गुर ते मुक्त न हुआ। अमृत पीवे अमर सो होए। अमृत दे मालिक सच्चे पातशाह गुरु गोबिंद सिंह जी हन। नाम जपे तो बिना नस्तारा नहीं हो सकता। सतगुरु जी 10 गुरुआं दे स्वरूप श्री गुरु ग्रंथ साहिब जी हन। वाहिगुरु गुरमंत्र दी कमाई करके सेवा करके नाम मन विच प्रगट हो जाता है वस जाता है। गूंगे महा अमृत रस चाखिया पूछे कहन न जाई हो। हर रस पी सदा तृप्त भये फिर तृष्णा भुख गवाया। जिन्हां प्रेमियां नूं रस प्राप्त होया है वो दुनियावी रसां तमाशियां वल नहीं भजदे। दुनियावी पदार्थां दी भुख ते लालसा मिट जाती है।
ਹਰ ਰਸ ਸਭ ਮਿੱਠੀਆਂ ਵਸਤਾਂ ਦੇ ਰਸਾਂ ਤੋਂ ਮਿੱਠਾ ਰਸ ਹੈ। ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤੁਧ। ਅੰਮ੍ਰਿਤ ਛਕਦੇ ਸਾਰ ਹੀ ਗੁਰਮੰਤਰ ਨੂੰ ਕਮਾਉਣਾ ਆਰੰਭ ਕਰ ਦੇਵੇ। ਨਾਮ ਜਪਣ ਵਾਲਾ ਪ੍ਰਾਣੀ ਨਾਮ ਅੰਮ੍ਰਿਤ ਨੂੰ ਜਿੰਨਾ ਜਪੇਗਾ ਉਨਾ ਹੀ ਰਸ ਵੱਧਦਾ ਜਾਵੇਗਾ। ਗੁਰੂ ਨਾਨਕ ਦੇਵ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨਾਲ ਰੀਠੇ ਸਾਰਖੇ ਵੀ ਮਿੱਠੇ ਹੋ ਗਏ। ਨਾਮ ਅਭਿਆਸੀ ਦੇ ਅੰਦਰ ਇੰਨੀ ਸੁਗੰਧੀ ਪੈਦਾ ਹੋ ਜਾਂਦੀ ਹੈ, ਕੋਈ ਦੁਰਗੰਧ ਨਾਸਕਾਂ ਰਾਹੀਂ ਪੁੱਜ ਹੀ ਨਹੀਂ ਸਕਦੀ। ਅੰਮ੍ਰਿਤ ਛਕਾਉਣਾ ਜਗਿਆਸੂ ਨੂੰ ਨਾਮ ਦਾ ਰੰਗ ਚਾੜਨ ਲਈ ਪਾ ਦੇਣਾ ਹੈ, ਕਿਉਂਕਿ ਪਾ ਦਿੱਤੇ ਬਿਨਾਂ ਕੋਰੇ ਕੱਪੜੇ ਵਾਂਗ ਕੋਰੇ ਹਿਰਦੇ ਪਰ ਰੰਗ ਨਹੀਂ ਚੜ੍ਹਦਾ। ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ। ਭਗਤੀ ਕਰਨ ਨਾਲ ਰੰਗ ਚੜ੍ਹਦਾ ਹੈ ਤੇ ਕੂੜ ਦਾ ਨਾਸ ਹੋ ਕੇ ਸੱਚ ਦਾ ਪ੍ਰਕਾਸ਼ ਹੁੰਦਾ ਹੈ। ਨਾਨਕ ਭਗਤੀ ਜੇ ਰੱਪੇ ਕੂੜੇ ਸੋਏ ਨ ਕੋਈ। ਖਾਲਸੇ ਦੇ ਹਿਰਦੇ ਵਿੱਚ ਨਾਮ ਵਸਿਆ ਹੈ। ਖਾਲਸੇ ਨੂੰ ਧਰਮ ਰਾਜਾ ਵੀ ਐਸੇ ਸਤਕਾਰ ਦੇ ਬੋਲ ਬੋਲਦਾ ਹੈ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪਨੀਤ। ਧਰਮ ਰਾਜੇ ਨੇ ਜਮਦੂਤਾਂ ਨੂੰ ਹਦਾਇਤ ਦੇ ਰੱਖੀ ਹੈ ਕਿ ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋ ਅਣੈ ਤੂੰ ਅਣੈ ਛੁਟੇ ਨਿਕਟ ਨਾ ਜਾਈਏ ਦੂਤ। ਹੇ ਦੂਤੋ, ਜਿੱਥੇ ਸਾਧੂ ਜਨ ਭਗਤ ਕੀਰਤਨ ਕਰਦੇ ਹੋਣ ਉੱਥੇ ਨੇੜੇ ਨਾ ਜਾਣਾ। ਜੇ ਗਏ ਫਿਰ ਤੁਸੀਂ ਤੇ ਮੈਂ ਛੁੱਟ ਨਾ ਸਕੋਗੇ। ਚਿਤਰ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ਟ ਨ ਪੇਖਾ। ਵਾਹਿਗੁਰੂ ਦੇ ਭਗਤਾਂ ਦੀ ਜਮਦੂਤ ਵੀ ਸੇਵਾ ਕਰਦੇ ਹਨ। ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁੱਖ ਨਾ ਹੋਏ। ਨਾਨਕ ਗੁਰਮੁਖ ਜਨ ਸੇਵਾ ਕਰੇ, ਧਨ ਸਵਾਰਨ ਹਾਰ। ਵਾਹਿਗੁਰੂ ਜੀ ਨਾਲ ਜੁੜਿਆ ਹੋਇਆ ਖਾਲਸਾ ਗੁਰਸਿੱਖ ਭਗਤ ਨਾ ਨਿੰਦਿਆ ਕਰੇਗਾ ਤੇ ਨਾ ਹੀ ਸੁਣੇਗਾ। ਹਉ ਤਿਸ ਘੋਲ ਕਮਾਇਆ, ਹਉ ਤਿਸ ਘੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਫਰੀਦਾ ਖਾਕ ਨ ਨਿੰਦੀਏ, ਖਾਕੂ ਜੇਡ ਨ ਕੋਏ। ਜੀਵ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਮੂੰਹ ਕਾਲੇ ਤਿਨ ਨਿੰਦਕਾਂ, ਨਰਕੇ ਘੋਰ ਪਵਨ। ਜੇ ਉਹ 68 ਤੀਰਥ ਨਹਾਵੇ, ਜੇ ਉਹ ਕੂਪ ਤਟਾ ਦਿਵਾਵੇ। ਜੇ ਉਹ ਦੈਦਿਸ ਸਿਲਾ ਪੁਜਾਵੇ, ਕਰੇ ਨਿੰਦ ਸਭ ਬਿਰਥਾ ਜਾਵੇ। ਗੁਰਸਿੱਖੀ ਬਾਰੀਕ ਹੈ। ਜੇ ਕੋਈ ਨਿੰਦਿਆ ਕਰਦਾ ਹੈ ਉਸ ਨੂੰ ਹਟਾਓ, ਕਹੋ ਵਾਹਿਗੁਰੂ ਬੋਲ। ਵਾਹਿਗੁਰੂ ਜੀ ਦਾ ਪਿਆਰਾ ਬਹੁਤਾ ਬੋਲੇਗਾ ਨਹੀਂ, ਹਰ ਵਕਤ ਟਿਕਾਓ ਵਿੱਚ ਰਹਿੰਦਾ ਹੈ। ਬਹੁਤਾ ਬੋਲਣ ਝੱਖਣ ਹੋਏ,
ਖਾਲੀ ਖੜਕੇਗਾ, ਭਰਿਆ ਹੋਇਆ ਡੋਲੇਗਾ ਨਹੀਂ। ਵਾਹਿਗੁਰੂ ਦੇ ਪਿਆਰੇ ਦੀ ਅੰਦਰੋਂ ਮੋਹ ਮਾਇਆ ਦੀ ਪਕੜ ਖਤਮ ਹੋ ਜਾਂਦੀ ਹੈ। ਵਾਹਿਗੁਰੂ ਜੀ ਦਾ ਪਿਆਰਾ ਨਿਰਵੈਰ ਹੁੰਦਾ ਹੈ। ਈਰਖਾ ਦਵੈਸ਼ ਕਿਸੇ ਨਾਲ ਨਹੀਂ ਕਰਦਾ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਕਿਰਤ ਬਿਰਤ ਕਰਦੇ ਹੋਏ ਨਾਮ ਜਪੋ, ਆਪਣੇ ਆਪ ਨੂੰ ਪਛਾਣੋ। ਆਤਮ ਕਦੇ ਬਿਮਾਰ ਨਹੀਂ ਹੁੰਦੀ, ਸਰੀਰ ਆਤਮਾ ਦਾ ਪਰਛਾਵਾਂ ਹੈ। ਪਟਨੇ ਸਾਹਿਬ ਜੋ ਗੁਰੂ ਕਾ ਬਾਗ ਹੈ, ਇਹ ਬਾਗ ਪਹਿਲਾਂ ਰਹੀਮ ਬਖਸ਼ ਤੇ ਕਰੀਮ ਬਖਸ਼ ਦੋਨਾਂ ਭਰਾਵਾਂ ਦਾ ਸੀ। ਇਹ ਬਾਗ ਸੁੱਕਾ ਪਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੋਨਾਂ ਭਾਈਆਂ ਦੀ ਬੇਨਤੀ ਮੰਨ ਕੇ ਬਾਗ ਵਿੱਚ ਚਰਨ ਪਾਏ ਤੇ ਹਰਾ ਕੀਤਾ। ਸੂਕੇ ਹਰੇ ਕੀਏ ਖਿਨ ਮਾਹੇ, ਸੂਕੇ ਕਾਸ਼ਟ ਹਰਿਆ। ਪਠਾਣਾ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਔਲਾਦ ਨਹੀਂ, ਕਿਰਪਾ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਇਸ ਬਾਗ ਵਿੱਚ 2 ਬੂਟੇ ਨਵੇਂ ਲਾਓ। 2 ਬੂਟੇ ਲਾਏ ਤੇ ਉਹਨਾਂ ਦੇ ਗ੍ਰਹਿ ਵਿਖੇ 2 ਪੁੱਤਰ ਆਏ। ਜਿੱਥੇ ਮਾਤਾ ਨਾਨਕੀ ਸ਼ਬਦ ਆਵੇ, ਇਹ 6ਵੇਂ ਗੁਰੂ ਜੀ ਦੇ ਮਹਿਲ ਹਨ। 9ਵੇਂ ਪਾਤਸ਼ਾਹ ਜੀ ਦੇ ਮਾਤਾ ਜੀ ਹਨ। ਜਿੱਥੇ ਬੇਬੇ ਨਾਨਕੀ ਸ਼ਬਦ ਆਵੇ, ਇਹ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਹੈ। ਜੋ ਪਟਨੇ ਸਾਹਿਬ ਗੁਰੂ ਘਰ ਵਿੱਚ ਖੂਹੀ ਹੈ, ਮਾਤਾ ਗੁਜਰ ਕੌਰ ਜੀ ਨੇ ਬਚਨ ਕੀਤਾ ਸੀ, ਇਸ ਦਾ ਪਾਣੀ ਖਾਰਾ ਹੋ ਜਾਵੇ। ਪਾਣੀ ਖਾਰਾ ਹੋ ਗਿਆ, ਪਰ ਸਿੱਖਾਂ ਨੇ 10ਵੇਂ ਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੀ ਖੂਹੀ ਦਾ ਜਲ ਮਿੱਠਾ ਕਰੋ। ਗੁਰੂ ਜੀ ਨੇ ਬਚਨ ਕੀਤਾ, ਜਿਉਂ-ਜਿਉਂ ਸੰਗਤਾਂ ਪੰਜਾਬ ਤੋਂ ਆ ਕੇ ਅੰਮ੍ਰਿਤ ਰੂਪ ਜਲ ਛਕਣਗੀਆਂ, ਪਾਣੀ ਮਿੱਠਾ ਹੁੰਦਾ ਜਾਵੇਗਾ। ਹੁਣ ਉਹੀ ਖੂਹੀ ਦਾ ਪਾਣੀ ਅੰਮ੍ਰਿਤ ਰੂਪ ਮਿੱਠਾ ਹੈ। ਜਿਸ ਖੂਹੀ ਤੇ ਗੁਰੂ ਜੀ ਮਿੱਟੀ ਦੇ ਗਲੇਡੇ ਤੇ ਸਾਰ ਦੇ ਤੀਰ ਮਾਰ ਕੇ ਪਨਿਹਾਰੀਆਂ ਦੇ ਘੜੇ ਤੇ ਤਾਂਬੇ ਦੀਆਂ ਗਾਗਰਾਂ ਨੂੰ ਛੇਕ ਪਾਉਂਦੇ ਹੁੰਦੇ ਸੀ। ਰਾਣੀ ਮੈਣੀ ਦੇ ਘਰ ਗੁਰੂ ਜੀ ਹਰ ਰੋਜ਼ ਜਾ ਕੇ ਉਬਲੇ ਹੋਏ ਛੋਲੇ ਖਾ ਕੇ ਆਉਂਦੇ ਹੁੰਦੇ ਸੀ। ਜਿਵੇਂ ਕਿ ਬਿਨ ਜਲ ਪ੍ਰਾਨ ਤਜੇ ਹੈ ਮੀਨਾ, ਮੱਛੀ ਪਾਣੀ ਤੋਂ ਬਗੈਰ ਰਹਿ ਨਹੀਂ ਸਕਦੀ। ਰਾਣੀ ਮੈਣੀ ਕਹਿਣ ਲੱਗੀ, ਗੁਰੂ ਜੀ ਤੁਸੀਂ ਅਨੰਦਪੁਰ ਸਾਹਿਬ ਜਾ ਰਹੇ ਹੋ, ਮੈਂ ਦਰਸ਼ਨਾਂ ਤੋਂ ਬਗੈਰ ਰਹਿ ਨਹੀਂ ਸਕਦੀ। ਗੁਰੂ ਜੀ ਨੇ ਕਿਹਾ, ਹਰ ਰੋਜ਼ ਬੱਚਿਆਂ ਨੂੰ ਘੂੰਗਣੀਆਂ ਛਕਾਇਆ ਕਰੋ। ਅਸੀਂ ਬੱਚਿਆਂ ਵਿੱਚ ਹਰ ਰੋਜ਼ ਆਪ ਜੀ ਨੂੰ ਦਰਸ਼ਨ ਦੇਵਾਂਗੇ। ਪਟਨਾ ਕੈਂਟ ਪਿੰਡ ਦਾਨਾਪੁਰ ਦੀ ਬਿਰਧ ਮਾਤਾ ਜਮਨੀ ਨੇ ਇੱਕ ਹਾਂਡੀ ਵਿੱਚੋਂ ਖਿਚੜੀ ਕੱਢ ਕੇ ਸੰਗਤਾਂ ਨੂੰ ਵਰਤਾਈ। ਇਸ ਹਾਂਡੀ ਵਿੱਚ ਇੱਕ ਛਟਾਂਕ ਖਿਚੜੀ ਸੀ, ਪਰ ਮੁੱਕੀ ਨਹੀਂ, ਇਹ ਰਿੱਧੀ ਹੈ। ਹਾਂਡੀ ਸਾਹਿਬ ਗੁਰਦੁਆਰਾ ਸਾਹਿਬ ਇਸ ਜਗ੍ਹਾ ਤੇ ਸੁਸ਼ੋਭਿਤ ਹੈ। ਕਸ਼ਮੀਰ ਵਿੱਚ ਹਿੰਦੂਆਂ ਦਾ ਮੰਦਰ ਅਮਰਨਾਥ ਹੈ, ਉਹ ਹੈੱਡਕੁਆਰਟਰ ਸੀ ਹਿੰਦੂਆਂ ਦਾ। ਕਿਰਪਾ ਰਾਮ ਇਸ ਮੰਦਰ ਦਾ ਹੈੱਡ ਪੁਜਾਰੀ ਸੀ।
ਜਿਵੇਂ ਆਪਣਾ ਅਕਾਲ ਤਖਤ ਸਿੱਖਾਂ ਦਾ ਸਭ ਤੋਂ ਉੱਚਾ ਅਸਥਾਨ ਹੈ, ਇਸ ਤਰ੍ਹਾਂ ਇਹ ਹਿੰਦੂਆਂ ਦੀ ਅਮਰਨਾਥ ਜਗ੍ਹਾ ਸੀ ਉਸ ਵੇਲੇ। ਸਾਰੇ ਹੀ ਹਿੰਦੁਸਤਾਨ ਵਿੱਚੋਂ ਚੋਣਵੇਂ 500 ਪੰਡਤ, ਹਿੰਦੂਆਂ ਦਾ ਜਥਾ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਅਮਰਨਾਥ ਮੰਦਰ ਤੋਂ ਚੱਲੇ ਸੀ ਅਨੰਦਪੁਰ ਸਾਹਿਬ ਨੂੰ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ। ਪੰਡਤ ਕਿਰਪਾ ਰਾਮ ਦੇ ਜਨੇਊ ਪਹਿਨਿਆ ਹੋਇਆ ਸੀ ਤੇ ਹਰਾ ਘਾਹ ਮੂੰਹ ਵਿੱਚ ਸੀ ਤੇ ਆਟੇ ਦੀ ਗਊ ਬਣਾ ਕੇ ਥਾਲੀ ਵਿੱਚ ਰੱਖੀ ਹੋਈ ਸੀ। ਤੱਕਿਆ ਜਦ ਚਾਰ ਚਫੇਰੇ, ਕੈਰਤਾ ਤੇ ਬੁਜ਼ਦਲੀ ਦੇ ਹਰ ਥਾਂ ਡੇਰੇ। ਅਣਖ ਉੱਡ ਗਈ ਹਿੰਦ ਚੋਂ ਕਿਤੇ ਪਰੇ ਪਰੇਰੇ, ਫਸ ਗਏ ਹਿੰਦੂ ਰਾਜਪੂਤ ਸੀ ਵਿੱਚ ਘੁੰਮਣ ਘੇਰੇ। ਤਾਂ ਗੁਰੂ ਨਾਨਕ ਦਾ ਘਰ ਸ਼ਰਨ ਆਏ ਨੂੰ ਗਲੇ ਨਾਲ ਲਾਉਂਦਾ ਹੈ। ਇਹ ਬਿਰਧ ਸੁਆਮੀ ਸੰਦਾ। 10ਵੇਂ ਗੁਰੂ ਜੀ ਦੀ ਉਮਰ ਛੋਟੀ ਸੀ, 9 ਸਾਲ ਦੀ ਉਸ ਵਕਤ। ਜ਼ਿੰਮੇਵਾਰੀ ਬਹੁਤ ਵੱਡੀ ਹੈ, ਦਿੱਲੀ ਦੇ ਤਖਤ ਤੇ ਤੜਥਲ ਮਚਣੀ ਹੈ। ਔਰੰਗਜ਼ੇਬ ਨੇ ਪਹਿਲਾਂ ਆਪਣੇ ਭਰਾ ਕਤਲ ਕੀਤੇ, ਆਗਰੇ ਦੀ ਜੇਲ੍ਹ ਵਿੱਚ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕੀਤਾ। 1 ਲੋਟਾ ਪਾਣੀ ਦਾ ਤੇ ਅੱਧਾ ਕਿਲੋ ਛੋਲੇ ਕਾਤਲਾਂ ਵਾਲੀ ਸਜ਼ਾ ਆਪਣੇ ਪਿਤਾ ਨੂੰ ਦਿੱਤੀ ਹੋਈ ਸੀ। ਔਰੰਗਜ਼ੇਬ ਬਹੁਤ ਕੱਟੜ ਸੀ ਹਰ ਬੰਦੇ ਵਾਸਤੇ, ਪਰ ਗੁਰਬਾਣੀ ਦਾ ਫਰਮਾਨ ਹੈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ, ਦਰ ਮੰਗਨ ਭਿੱਖ ਨ ਪਾਏਂਦਾ। रब के सुत को तिन त्रास कहां, जो चरण गुरु चित लावत है। ਇਹਦਾ ਅਰਥ ਹੈ ਸ਼ਾਹਜਹਾਨ ਕਹਿੰਦਾ ਏ ਔਰੰਗਜ਼ੇਬ ਨੂੰ, ਤੂੰ ਜਿਉਂਦੇ ਬਾਪ ਨੂੰ ਵੀ ਰਜਮਾ ਪਾਣੀ ਨਹੀਂ ਦੇਂਦਾ, ਤੇਰੇ ਨਾਲੋਂ ਤਾਂ ਹਿੰਦੂ ਵੀ ਚੰਗੇ ਹਨ, ਉਹ ਮਰੇ ਹੋਏ ਪਿਤਰਾਂ ਨੂੰ ਪਾਣੀ ਭੇਜਦੇ ਹਨ। ਸੂਰਜ ਦਾ ਪੁੱਤਰ ਧਰਮ ਰਾਜਾ ਹੈ, ਧਰਮ ਰਾਜਾ ਤਾਂ ਦਿਸਦਾ ਨਹੀਂ, ਉਹਦੇ ਬਾਪ ਸੂਰਜ ਨੂੰ ਹੀ ਪਾਣੀ ਦੇਂਦੇ ਹਨ ਪੰਡਤ ਲੋਕ। ਭਾਈ ਜੈਤਾ ਜੀ 5ਵੇਂ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ। ਮਾਤਾ ਗੁਜਰ ਕੌਰ ਜੀ ਨੇ ਆਪਣੇ ਗੁਰਦੇਵ ਪਤੀ ਦੇ ਸੀਸ ਦੀਆਂ 4 ਪਰਿਕਰਮਾ ਕੀਤੀਆਂ ਤੇ ਅਰਦਾਸ ਕੀਤੀ, ਤੂੰ ਨਿਭਾ ਗਿਆ ਏ, ਮੈਨੂੰ ਵੀ ਨਿਭਾਉਣ ਦੀ ਸ਼ਕਤੀ ਬਖਸ਼ੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। 12 ਸਾਲ ਕੋਈ ਹੰਸ ਮੋਤੀ ਚੁਗੇ ਤਾਂ ਉਸ ਦੇ ਪੇਟ ਵਿੱਚ 13ਵੇਂ ਸਾਲ ਰਤਨ ਪੈਦਾ ਹੁੰਦਾ ਏ। ਹੀਰਾ ਕਿਸਕਾ ਬੱਪੜਾ ਪੁੱਜੇ ਨ ਰਤਨ ਕਰੋੜ, ਖਾਲਸਾ ਰਤਨ ਦੇ ਬਰਾਬਰ ਹੈ। ਭਾਈ ਜੈਤਾ ਜੀ ਨੂੰ ਗੁਰੂ ਜੀ ਨੇ ਕਿਹਾ, ਮੇਰਾ ਸਿੱਖ, ਮੇਰਾ ਖਾਲਸਾ ਲੱਖਾਂ ਵਿੱਚ ਖੜਾ ਨਿਆਰਾ ਹੀ ਦਿਸੇਗਾ। ਖਾਲਸਾ ਮੇਰੋ ਰੂਪ ਹੈ ਖਾਸ। ਪ੍ਰੇਮ ਨਾਲ ਸੁਣਨਾ ਤੇ ਬੋਲਣਾ ਨਾਮ ਦਾ ਬੀਜ ਹੈ। ਮਾਖੋਵਾਲ ਪਿੰਡ ਦਾ ਨਾਮ ਚੱਕ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੱਖਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨਾਂ ਰੱਖਿਆ। ਕੀਨੋ ਬੜੂ ਕਲੂ ਮੇ ਸਾਕਾ, ਸਭ ਤੋਂ ਵੱਡਾ ਸਾਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੈ। ਜਦੋਂ ਰਣਜੀਤ ਨਗਾਰਾ ਵੱਜਦਾ, ਧਰਤੀ ਤੇ ਪਹਾੜ ਕੰਬਦੇ।
ਸਕੇਤ ਮੰਡੀ ਤੋਂ 25 ਮੀਲ ਉੱਪਰ ਪਹਾੜ ਦੀ ਚੜ੍ਹਾਈ ਤੇ ਰਵਾਲਸਰ ਹੈ। ਇੱਥੇ ਵੀ 10ਵੇਂ ਪਾਤਸ਼ਾਹ ਜੀ ਖਾਲਸੇ ਸਮੇਤ ਗਏ ਸੀ। ਭੀਮ ਚੰਦ ਦਾ ਲੜਕਾ ਅਜਮੇਰ ਚੰਦ ਕਹਿਲੂਰ ਦਾ ਰਾਜਾ ਸੀ। ਰਿਸ਼ੀਕੇਸ਼ ਤੋਂ 101 ਕਿਲੋਮੀਟਰ ਸ੍ਰੀਨਗਰ ਗੜਵਾਲ ਹੈ। ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਸੀ। ਨਾਹਨ ਗੁਰੂ ਗੋਬਿੰਦ ਸਿੰਘ ਜੀ 9 ਮਹੀਨੇ ਰਹੇ। 15,000 ਫੁੱਟ ਦੀ ਉਚਾਈ ਤੇ ਪਹਾੜ ਤੇ ਨਾਹਨ ਹੈ। 52 ਮਹਾਨ ਕਵੀ ਅਲੱਗ ਭਾਸ਼ਾ ਦੇ ਵਿਦਵਾਨ ਸਨ। ਗੁਰੂ ਮਹਾਰਾਜ ਜੀ ਦੇ ਕੋਲ ਵਿਦਵਾਨਾਂ ਦਾ ਮਹਾਰਾਜ ਜੀ ਬਹੁਤ ਸਤਿਕਾਰ ਕਰਦੇ ਸਨ। ਪੰਘਾਣੀ ਦੇ ਯੁੱਧ ਵਿੱਚ ਜਬੇ ਬਾਣ ਲਾਗਿਓ ਤਵੇ ਰੋਸ ਜਾਗਿਓ, ਗੁਰੂ ਜੀ ਨੇ ਕਿਹਾ ਸੀ, ਓਏ ਹਰੀ ਚੰਦਾ, ਤੇਰੇ ਉਸਤਾਦ ਨੇ ਤੈਨੂੰ ਤੀਰ ਚਲਾਉਣਾ ਅੱਛੀ ਤਰ੍ਹਾਂ ਨਹੀਂ ਸਿਖਾਇਆ। ਰੋਸ ਸੀ ਕਰਤੱਵ ਦਾ। ਗੁਰੂ ਜੀ ਨੇ ਕਿਹਾ, ਇਹ ਜਿੱਤ ਵਾਹਿਗੁਰੂ ਜੀ ਦੀ ਹੋਈ ਹੈ। ਪੌਂਟੇ ਸਾਹਿਬ ਤੋਂ ਇਹ ਪੰਘਾਣੀ ਜਿੱਥੇ ਯੁੱਧ ਹੋਇਆ ਸੀ 11 ਮੀਲ ਤੇ ਹੈ। ਮਹਾਰਾਜ ਜੀ ਦੇ ਤੀਰ ਨੇ ਹਰੀ ਚੰਦ ਦਾ ਸੀਸ ਉਤਾਰ ਦਿੱਤਾ। ਪੀਰ ਬੁੱਧੂ ਸ਼ਾਹ ਨੇ ਮੰਗਿਆ ਸੀ ਗੁਰੂ ਜੀ ਤੋਂ ਕੇਸਾਂ ਸਮੇਤ ਕੰਘਾ, ਤੇ ਛੋਟੀ ਸ੍ਰੀ ਸਾਹਿਬ ਬਖਸ਼ਿਸ਼ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਇੱਕ ਪਿਆਰਾ ਬਿਦਰ ਤੋਂ ਜੋ ਹਜੂਰ ਸਾਹਿਬ ਤੋਂ 200 ਮੀਲ ਅੱਗੇ ਹੈ, ਇੱਕ ਦੁਆਰਕਾ ਤੋਂ, ਇੱਕ ਪਿਆਰਾ ਅਯੁੱਧਿਆ ਤੋਂ, ਇੱਕ ਦਿੱਲੀ ਤੋਂ, ਇੱਕ ਲਾਹੌਰ ਤੋਂ, ਇਹ 5 ਪਿਆਰੇ ਆਏ ਸਨ। ਧਰਮ ਦੀ ਮਾਂ ਹੈ ਦਇਆ, ਦਇਆ ਵਿੱਚੋਂ ਧਰਮ ਪੈਦਾ ਕੀਤਾ ਹੈ। ਗੁਰੂ ਜੀ ਨੇ ਸੀਸ ਕਤਲ ਕਰਕੇ ਬਿੰਦੀ ਔਲਾਦ ਦੇ ਨਾਦ ਤੋਂ ਪੈਦਾ ਕੀਤੇ ਸ਼ਬਦ ਤੋਂ 5 ਹੀ ਪਿਆਰੇ ਪੈਦਾ ਕੀਤੇ। ਸ਼ਬਦ ਦੀ ਸ਼ਕਤੀ ਸਾਰੇ ਸਰਵ ਵਿਆਪਕ ਹੈ। ਖਾਲਸਾ ਗੁਰੂ ਜੀ ਦਾ ਨਾਦੀ ਪੁੱਤਰ ਹੈ। ਵਾਹਿਗੁਰੂ ਜੀ ਦੇ ਪਿਆਰੇ ਧਨ ਹਨ ਜੋ ਕਲਯੁਗੀ ਜੀਵਾਂ ਦੇ ਭਲੇ ਲਈ ਵਾਹਿਗੁਰੂ ਜੀ ਦੇ ਉਪਦੇਸ਼ ਨੂੰ ਦ੍ਰਿੜ ਕਰਵਾ ਕੇ ਇਸ ਭਵ ਸਾਗਰ ਤੋਂ ਪਾਰ ਹੋਣ ਦਾ ਸਾਧਨ ਦੱਸ ਕੇ ਪਰ ਉਪਕਾਰ ਕਰਦੇ ਹਨ। ਓਏ ਪੁਰਖ ਪ੍ਰਾਣੀ ਧਨ ਜਨ ਹਰ ਉਪਦੇਸ਼ ਕਰੇ ਪਰ ਉਪਕਾਰਿਆ। ਹਰ ਨਾਮ ਦ੍ਰਿੜਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨਿਸਤਾਰਿਆ। ਪਰ ਉਪਕਾਰ ਦਾ ਨਿਰਭੈ ਪਦ ਹੈ, ਨਾਮ ਮਹਾਰਸ ਦੀ ਕਮਾਈ ਦਾ ਸਿਖਰਲਾ ਡੰਡਾ ਹੈ। ਇੱਥੇ ਅੱਪੜ ਕੇ ਹੀ ਅਭਿਆਸੀ ਪਰ ਉਪਕਾਰੀ ਹੋ ਸਕਦਾ ਹੈ। ਨਾਮ ਰਸਾਇਣ ਦਾ ਨਸ਼ਾ ਖੀਵਾ ਦੇਹ ਤੋਂ ਵਧੇ ਕਰ ਦਿੰਦਾ ਏ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ में रहा न हूं, जब आपा पर का मिट गया जत देखो तत तू। गुण दे गाहक तो बिना गुण दा भेद खोलना बेअर्थ है। बिन गाहक गुण बेचिए तो गुण सहगो जाए, गुण का गाहक जे मिले तो गुण लाख विकाए। तलवार एक सी, बोल भी एक सी, अमृत भी एक सी,
ਤੇ 10ਵੇਂ ਪਾਤਸ਼ਾਹ ਜੀ ਦੇ ਕਹਿਣ ਤੇ 80,000 ਦੇ ਵਿੱਚੋਂ 5 ਪਿਆਰੇ ਗੁਰੂ ਕੀ ਸੰਗਤ ਪੂਰਨ ਗਾਹਕ ਨਿਕਲੇ। ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ ਅਣਜਾਣ ਭੋਲੇ ਹੋ ਜਾਓ, ਕਹੋ ਕਿ ਮਹਾਰਾਜ ਜੀ ਮੈਂ ਕੁਝ ਨਹੀਂ ਜਾਣਦਾ, ਚਤੁਰਾਈ ਨਾ ਚਤੁਰਭੁਜ ਪਾਈਏ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਚਤੁਰਾਈ ਛੱਡੋ ਜੇ ਕੁਝ ਲੈਣਾ ਹੈ, ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਉੱਚਾ। ਕਾਹਲ ਛੇਤੀ ਖਰਾਬ ਕਰਦੀ ਹੈ, ਇੱਕ ਇੱਕ ਪੰਕਤੀ ਹੌਲੀ ਹੌਲੀ ਪੜੋ, ਤੇਜ਼ੀ ਨਾ ਕਰੋ। ਬਾਣੀ ਵਿਰਲਾ ਕੋ ਵਿਚਾਰ ਸੀ, ਹੌਲੀ ਵਿੱਚ ਰਸ ਵੱਧਦਾ ਹੈ। ਮਨ ਨੂੰ ਟਿਕਾ ਕੇ ਗੁਰਬਾਣੀ ਪੜੋ ਤੇ ਸੁਣੋ। ਪੂਰੀ ਗੁਰਬਾਣੀ ਦੁੱਧ ਰੂਪ ਹੈ, ਦੁੱਧ ਨੂੰ ਅੰਮ੍ਰਿਤ ਵੀ ਕਿਹਾ ਹੈ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਮੂਲ ਮੰਤਰ ਸਾਹਿਬ ਦਾ ਜਾਪ ਮੱਖਣ ਰੂਪ ਹੈ। ਘੇਰਾ ਘਟ ਗਿਆ, ਕੀਮਤ ਉਹੀ ਆ। ਜਿਹੜਾ ਵਾਹਿਗੁਰੂ ਦਾ ਜਾਪ ਆ, ਇਹ ਜਿਵੇਂ ਬੀਬੀਆਂ ਮੱਖਣ ਗਰਮ ਕਰ ਲੈਂਦੀਆਂ, ਇਹ ਘੀ ਦਾ ਰੂਪ ਆ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਮਨ ਨੂੰ ਟਿਕਾ ਕੇ ਗੁਰਬਾਣੀ ਪੜੋ ਤੇ ਸੁਣੋ। ਜਿਸ ਵਾਹਿਗੁਰੂ ਜੀ ਨੇ ਸਭ ਕੁਝ ਦਿੱਤਾ ਹੈ, ਉਸ ਨੂੰ ਛੱਡ ਕੇ ਹੋਰ ਫੋਕਟ ਕਰਮਾਂ ਵਿੱਚ ਨਾ ਪਵੋ। ਨਾਮ ਜਪਣ ਤੋਂ ਬਿਨਾਂ ਜੋ ਵੀ ਫੋਕਟ ਕਰਮ ਕਰਾਂਗੇ, ਉਸ ਵਿੱਚ ਇੱਜ਼ਤ ਖਰਾਬ ਹੋਵੇਗੀ। ਹਰ ਵਕਤ ਵਾਹਿਗੁਰੂ ਦਾ ਸ਼ੁਕਰਾਨਾ ਕਰੋ। ਬੰਦਾ ਇੱਕ ਚੀਜ਼ ਨੂੰ ਕਹਿੰਦਾ ਹੈ, ਵਾਹਿਗੁਰੂ ਜੀ ਇਹ ਮੈਨੂੰ ਕਿਉਂ ਨਹੀਂ ਦਿੱਤੀ। ਉਹ ਮੂਰਖਾ, ਏਕ ਭੀ ਨਾ ਦੇ 10 ਭੀ ਹਰ ਲੈ। ਜੇ ਤੈਨੂੰ 10 ਚੀਜ਼ਾਂ ਜੋ ਦਿੱਤੀਆਂ ਹਨ ਵਾਹਿਗੁਰੂ ਜੀ ਨੇ, ਇਹ ਨਾ ਦਿੰਦਾ, ਫਿਰ ਤੂੰ ਕੀ ਕਰ ਸਕਦਾ ਸੀ। ਜਿਸ ਠਾਕਰ ਸਿਉ ਨਾਹੀ ਚਾਰਾ, ਤਾਂ ਕੋ ਕੀਜੇ ਸਦ ਨਮਸਕਾਰਾ। ਜਿਸ ਵਾਹਿਗੁਰੂ ਅੱਗੇ ਕੋਈ ਚਾਰਾ ਨਹੀਂ, ਹਮੇਸ਼ਾ ਉਸ ਨੂੰ ਮੱਥੇ ਟੇਕੋ। ਹਮੇਸ਼ਾ ਚੁੱਪ ਰਹੋ। ਜਿਵੇਂ ਭਾਈ ਆਦਮ ਜੀ ਚੁੱਪ ਰਹੇ, ਮਹਾਰਾਜ ਜੀ ਨੇ ਆਪਣਾ ਪੁੱਤਰ ਭਗਤੂ ਭਾਈ ਆਦਮ ਜੀ ਦੇ ਗ੍ਰਹਿ ਵਿਖੇ ਭੇਜ ਦਿੱਤਾ। ਕਿੰਤੂ ਪਰੰਤੂ ਸ਼ਿਕਾਇਤਾਂ ਨਾ ਕਰੋ। ਅਭਿਆਸੀ ਦਾ ਕੰਮ ਭਜਨ ਪਾਠ ਕਰੀ ਜਾਣਾ ਹੈ। ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਵਾਹਿਗੁਰੂ ਜੀ ਜੋ ਕਰ ਰਹੇ ਹਨ, ਉਸ ਦੀ ਖੇਲ ਵਿੱਚ ਖੁਸ਼ ਰਹੋ। ਚੰਗਾ ਮਾੜਾ ਨਾ ਕਹੋ। ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਨ੍ਹਾਂ ਦੇ ਮਨ ਨੂੰ ਵਾਹਿਗੁਰੂ ਜੀ ਦਾ ਪਿਆਰ ਪੈ ਜਾਂਦਾ ਹੈ, ਵਾਹਿਗੁਰੂ ਜੀ ਉਹਨਾਂ ਨੂੰ ਸਾਰੇ ਸੁੱਖ ਬਖਸ਼ਿਸ਼ ਕਰ ਦਿੰਦੇ ਹਨ। ਆਪਣੇ ਅੰਦਰ ਪ੍ਰੇਮ ਪੈਦਾ ਕਰੋ। ਜਿਨ੍ਹਾਂ ਤੇ ਕਿਰਪਾ ਹੋ ਗਈ, ਆਪਣਾ ਹੁਕਮ ਆਪ ਕਿਰਪਾ ਕਰਕੇ ਵਾਹਿਗੁਰੂ ਜੀ ਮਨਾਉਂਦੇ ਹਨ। ਉਹਨਾਂ ਨੂੰ ਸਾਰੇ ਖਜ਼ਾਨੇ ਬਖਸ਼ਿਸ਼ ਕਰ ਦਿੰਦੇ ਹਨ, ਚਾਰੇ ਪਦਾਰਥਾਂ ਦੇ। ਮਨੁੱਖ ਜਿਸ ਨੂੰ ਯਾਦ ਕਰਦਾ ਹੈ, ਉਹ ਜਿਹਾ ਹੀ ਹੋ ਜਾਂਦਾ ਹੈ। ਜੈਸਾ ਸੇਵੈ ਤੈਸੋ ਹੋਏ,
हर का सेवक सो हर जेहा बन जाता है। लोग हैरान हो गए कि भाई लहणा जी गुरु नानक दा रूप बन गए। वाहिगुरु जी दे गुण गाउण और सुनन तो बिना मनुख दा जन्म बेअर्थ है। वाहिगुरु जी नाल एदां सांझ पाओ जिवें मच्छी दा पानी नाल प्यार है। विकार बंदे नूं वाहिगुरु नालों विछोड़ा पा देंदे हन। अखीर जमा दी फाही गल विच पै जांदी है। ਤਿੰਨ ਹੀ ਅਵਸਥਾ ਹਨ, ਬਚਪਨ, ਜਵਾਨੀ, ਬੁਢੇਪਾ। ਜਵਾਨੀ ਵਿੱਚ ਭਰਪੂਰ ਸ਼ਕਤੀ ਸੁੰਦਰ ਲੱਗਦੀ ਹੈ, ਪਰ ਅੰਧਾ ਧੁੰਦ ਸ਼ਕਤੀ ਨੂੰ ਵਰਤਣ ਕਰਕੇ ਅੱਖ ਹੀ ਉਸ ਵਕਤ ਖੁੱਲੀ ਜਦੋਂ ਬੁਢੇਪੇ ਨੇ ਆ ਦਰਵਾਜ਼ਾ ਖੜਕਾਇਆ। ਸਰੀਰ ਰੂਪੀ ਕਿਲੇ ਉੱਪਰ ਬੁਢੇਪੇ ਨੇ ਪੂਰਾ ਕਬਜ਼ਾ ਕਰ ਲਿਆ। ਪਹਿਲਾ ਵਾਰ ਕੇਸਾਂ ਤੇ ਕੀਤਾ, ਕੇਸ ਸਫੈਦ ਚਿੱਟੇ ਹੋ ਗਏ। ਜੋ ਪ੍ਰੇਮੀ ਵਾਹਿਗੁਰੂ ਜੀ ਦਾ ਭਜਨ ਕਰਦਾ ਹੈ ਉਹ ਸਫਲਾ ਹੈ, ਨਹੀਂ ਤਾਂ ਕੋਲ ਪਛਤਾਵਾ ਹੀ ਰਹਿ ਜਾਂਦਾ ਹੈ। ਜਵਾਨੀ ਦੀ ਰੌਣਕ ਚਲੀ ਗਈ, ਮਗਰ ਬੁਢੇਪਾ ਰਹਿ ਗਿਆ ਉਜਾੜ ਰੂਪ। ਜਿਵੇਂ ਪਿੰਡਾਂ ਤੇ ਸ਼ਹਿਰਾਂ ਵਿੱਚ ਮੇਲੇ ਲੱਗਦੇ ਹਨ, ਮੇਲੇ ਵਿੱਚ ਰੌਣਕਾਂ ਹੀ ਰੌਣਕਾਂ ਹਨ। ਜਦੋਂ ਮੇਲਾ ਖਤਮ ਹੋ ਜਾਂਦਾ ਹੈ, ਮਗਰ ਕਾਗਜ਼ ਹੀ ਖਿਲਰੇ ਰਹਿ ਜਾਂਦੇ ਹਨ, ਜਾਂ ਭੱਠੀਆਂ ਦੀ ਸੁਆਹ ਉੱਡਦੀ ਹੈ। ਜਵਾਨੀ ਵੀ ਇੱਕ ਰੰਗਾ ਰੰਗ ਦਾ ਮੇਲਾ ਸੀ, ਬੁਢਾਪਾ ਤਾਂ ਉਜੜਿਆ ਮੇਲਾ ਰੂਪ ਹੈ। ਬਿਰਧ ਭਿਓ ਸੂਝੇ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੇ ਭਗਵਾਨ। ਬੁਢੇਪੇ ਵਿੱਚ ਨਾ ਪਰਿਵਾਰ ਚਾਹੁੰਦਾ ਹੈ, ਨਾ ਸੰਸਾਰ, ਪਰ ਅਜੇ ਵੀ ਤੈਨੂੰ ਸਿਰਜਣਹਾਰ ਵਾਹਿਗੁਰੂ ਜੀ ਚਾਹੁੰਦਾ ਹੈ। ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੁਢੇਪੇ ਦੇ ਵਿੱਚ ਹੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਮਿਲੀ ਸੀ। ਧਨ ਇਸਤਰੀ ਸਾਰੀ ਮਾਲਕੀ ਇਹ ਆਪਣੀ ਕਰਕੇ ਨਾ ਮੰਨ, ਇਹ ਵਾਹਿਗੁਰੂ ਜੀ ਦੀ ਹੈ। ਇਹਨਾਂ ਵਿੱਚੋਂ ਤੇਰਾ ਕੋਈ ਵੀ ਸਾਥੀ ਨਹੀਂ। ਧਨ ਗੁਜ਼ਰਾਨ ਹੈ, ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ। ਸਾਰਾ ਨਾਤਾ ਸਵਾਸਾਂ ਤੱਕ ਹੀ ਹੈ। ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਇਕੱਠਾ ਕਰਦੀਆਂ ਰਹਿੰਦੀਆਂ ਹਨ, ਪਰ ਖਾਣਾ ਨਸੀਬ ਨਹੀਂ ਹੁੰਦਾ, ਹੋਰ ਹੀ ਕੋਈ ਸ਼ਹਿਦ ਕੱਢ ਕੇ ਲੈ ਜਾਂਦਾ ਹੈ। ਗਊ ਬੱਚੇ ਵਾਸਤੇ ਦੁੱਧ ਇਕੱਠਾ ਕਰਦੀ ਰਹਿੰਦੀ ਹੈ, ਪਰ ਗੁੱਜਰ ਚੋ ਕੇ ਲੈ ਜਾਂਦਾ ਹੈ ਬੱਚੇ ਨੂੰ ਪਾਸੇ ਕਰਕੇ। ਤੀਸਰੀ ਮਿਸਾਲ ਹੈ, ਧਰਤੀ ਖੋਦ ਕੇ ਚੂਹਾ ਖੁੱਡ ਬਣਾਉਂਦਾ ਹੈ, ਪਰ ਸੱਪ ਚੂਹੇ ਨੂੰ ਮਾਰ ਕੇ ਖੁੱਡ ਆਪ ਸਾਂਭ ਲੈਂਦਾ ਹੈ। ਇਸੇ ਤਰ੍ਹਾਂ ਮੂਰਖ ਅਨੇਕ ਯਤਨ ਕਰਕੇ ਮੋਹ ਮਾਇਆ ਦੇ ਵਿੱਚ ਰਹਿੰਦਾ ਹੈ, ਅੰਤ ਕਾਲ ਹੱਥ ਝਾੜ ਕੇ ਖਾਲੀ ਤੁਰ ਜਾਂਦਾ ਹੈ। ਧਨ ਗੁਜ਼ਰਾਨ ਹੈ, ਗੁਜਰਾਨ ਨਿਤ ਗੁਜਰਦੀ ਰਹਿੰਦੀ ਹੈ। ਜਿਹੜਾ ਚੱਲਦੇ ਪਾਣੀ ਵਿੱਚ ਘਰ ਬਣਾਵੇ ਉਹ ਮੂਰਖ ਹੈ। ਇਸਤਰੀ ਧਨ ਤੇਰੀ ਗੁਜ਼ਰਾਨ ਹੈ, ਅਸਲੀ ਸਾਥੀ ਨਾਮ ਹੈ, ਵਾਹਿਗੁਰੂ ਜੀ ਹੈ। ਵਾਹਿਗੁਰੂ ਜੀ ਪਾਪੀਆਂ ਦਾ ਨਿਸਤਾਰਾ ਕਰਨ ਵਾਲੇ ਹਨ।
पतत उदाहरण भै हरन हर अनाथ के नाथ कहो नानक ते जानिए सदा वस्त तुम साथ। जिसदा कोई मालिक ना बने उसदा वाहिगुरु जी राखा है। तू मेरा राखा सबनी थाई। बुरे नूं भला बनाउण वाले सतगुरु जी ही हन। जिस पापी को मिले न ढोई शरण आवे तां निर्मल होई। अकाल पुरख नाल साझ पाया बहुत आनंद आउंदा है। वाहिगुरु जी हत्थां पैरां तो भी नेड़े है। कह रविदास हाथ पै नेरे। जिस वाहिगुरु जी ने सुंदर शरीर ते धन दिता है उस नाल प्यार नहीं पाया। ऐ मन तू दातां विच खचित हो गया है। ऐ मनुख क्यों भटकदा है क्यों डोलदा है। सिमरन ते सेवा नहीं कीती हंकार विच ही रहा। तन ते धन वाहिगुरु जी दा है। माटी ते जिन साजिया कर दुर्लभ देह। अनक छिद्र मन में ढके निर्मल दृष्टि। जिस चीज ते मक्खी बैठ जाए वो खाण योग नहीं रहंदी। ठीक इसे तरह जिस तन और धन ते हंकार दी मक्खी बैठे वो भी गुरु घर विच प्रवान नहीं। जिस वाहिगुरु जी ने सारे सुख दत्ते हन ओदा सिमरन करो। तन धन संपे सुख दियो अर्जे नीके धाम। कहो नानक सुन रे मना सिमरत काहे न राम। वाहिगुरु जी ने सुख अते सोहना निवास सोहना शरीर बख्शिश कीता है। उसदा सिमरन करो। गरीब ते अमीर भटकना दोनां नूं बराबर है। गरीब धन दी भाल विच है। अमीर नूं धन संभालण दी चिंता है। जिस ग्रह बहुत तिसे ग्रह चिंता। जिस ग्रह थोरी सो फिरे परमंता। दोहों बवस्थां ते जो मुक्ता सोई सहेला भालीए। माया जदों आउंदी है हंकार नाल ले आउंदी है। जदों जांदी है पछतावा ला जांदी है। गुरमुख दी विरती अंतर्मुख रहिंदी है। ओ माया विच निर्लेप रहिंदे हन। कोई भी पदार्थ नूं बाहरों त्यागण दी लोड़ नहीं है। सारे सुखां दा दाता वाहिगुरु जी है। ऐ मेरे मन वाहिगुरु जी दा सिमरन ही मुक्ति दा साधन है। साधु नूं रब दे दर्शनां दी तांग है। दुनियादारां नूं दौलत धन इकट्ठा करन दी तांग है। नानक दुखिया सब संसार। फरीदा मैं जानिया दुख मुझ को। दुख सवाया जग। ऊंचे चढ़ के देखिया तां घर घर एहा अग। रब संत ते दुनियादारां नूं कहंदा है दसो पहलां दुख चाहीदा है कि सुख। संत दी मंग है दुख। दुख दारू सुख रोग पिया। संत नूं दुख किस कर्म दा वाहिगुरु देवे।
ਕੋਈ ਪਾਪ ਤਾਂ ਕੀਤਾ ਹੀ ਨਹੀਂ। ਵਾਹਿਗੁਰੂ ਜੀ ਗੁਰਮੁਖਾਂ ਨੂੰ, ਸੰਤਾਂ ਭਗਤਾਂ ਨੂੰ ਦੁੱਖ ਦੀ ਯਾਦ ਦੇ ਦਿੰਦੇ ਹਨ। ਇਸੇ ਲਈ ਗੁਰਮੁਖ ਪਿਆਰੇ ਵਾਹਿਗੁਰੂ ਜੀ ਨੂੰ ਸਵਾਸ ਸਵਾਸ ਚੇਤੇ ਕਰਦੇ ਹਨ। ਜੇ ਸਿਮਰਤ ਗਤ ਪਾਈਏ ਤੇ ਭਜ ਰਹਿ ਤੇ ਮੀਤ, ਕਉ ਨਾਨਕ ਸੁਨ ਰੇ ਮਨਾ ਔਧ ਘਟਤ ਹੈ ਨੀਤ। ਵਾਹਿਗੁਰੂ ਜੀ ਦਾ ਸਿਮਰਨ ਮੁਕਤੀ ਦਿੰਦਾ ਏ। ਉਮਰ ਨਿਤ ਘਟਦੀ ਜਾ ਰਹੀ ਹੈ, ਅਕਾਲ ਪੁਰਖ ਨੂੰ ਹਮੇਸ਼ਾ ਯਾਦ ਰੱਖੋ। ਸਿਮਰਨ ਕਰਕੇ ਵਾਹਿਗੁਰੂ ਜੀ ਦਾ ਰੂਪ ਹੋ ਜਾਈਦਾ ਹੈ। ਹਰ ਕਾ ਸੇਵਕ ਸੋ ਹਰ ਜੇਹਾ। ਮਾਇਆ ਦੀ ਗੁਲਾਮੀ ਵਿੱਚ ਦੁੱਖ ਹੈ, ਸੁਖ ਮੰਗਤ ਦੁੱਖ ਆਗੇ ਆਵੇ। ਜੀਵਨ ਮੁਕਤ ਬੰਦੇ ਮਾਇਆ ਅਤੇ ਮੌਤ ਨੂੰ ਜਿੱਤ ਲੈਂਦੇ ਹਨ। ਐ ਚਤਰ ਤੇ ਸਿਆਣੇ ਮਨ ਚੰਗੀ ਤਰ੍ਹਾਂ ਸਮਝ ਲੈ, ਇਹ ਸਰੀਰ 5 ਤੱਤਾਂ ਦਾ ਬਣਿਆ ਹੈ ਅਤੇ ਇਹਨਾਂ ਵਿੱਚ ਹੀ ਲੀਨ ਹੋ ਜਾਂਦਾ ਹੈ। ਆਮ ਬੰਦਿਆਂ ਨੂੰ ਮੌਤ ਦੁੱਖ ਭਾਸਦੀ ਹੈ, ਖਾਲਸੇ ਨੂੰ ਆਨੰਦ ਭਾਸਦੀ ਹੈ। ਆਨੰਦ ਤੇ ਦੁੱਖ ਵਿੱਚ ਬੜਾ ਹੀ ਫਰਕ ਹੈ। ਸਤਿਗੁਰ ਕੇ ਜਨਮੇ ਗਵਨ ਮਟਾਇਆ, ਤੂੰ ਆਪੇ ਦੀ ਖੋਜ ਕਰ। ਸਰੀਰ ਦਾ ਗੁਮਾਨ ਨਾ ਕਰ, ਆਪਣਾ ਜਨਮ ਮਰਨ ਲੱਭ ਲੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇਤਨੇ ਬਚਨ ਕਹਿੰਦੇ ਹੋਏ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਜੀ ਅਣਜਾਣ ਦਾਸ ਸਮਝ ਕੇ ਮੁਆਫ ਕਰਨਾ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।